ਦੱਸਿਆ ਕਿ ਤੁਸੀਂ ਵੀ ਸਮਾਜਿਕ ਤੌਰ ਤੇ ਵਰਕ ਕੀਤਾ, ਨਸ਼ਿਆਂ ਦੇ ਖਿਲਾਫ ਇੱਕ ਮਾਰਚ ਕੱਢਿਆ, ਨਤੀਜੇ ਕੀ ਨਿਕਲੇ? ਜਦੋਂ ਕੁੱਤੀ ਚੋਰਾਂ ਨਾਲ ਰਲ ਜੇ ਤਾਂ ਉਦੋਂ ਮੁਸ਼ਕਲ ਕਾਫੀ ਹੋ ਜਾਂਦੀ ਹੈ। ਮੁੱਖ ਮੰਤਰੀ ਸਾਹਿਬ ਜਦੋਂ ਸਰਕਾਰ ਇਹਨਾਂ ਦੀ ਬਣੀ ਸੀ ਉਹਨਾਂ ਕਿਹਾ ਸੀ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿਆਂਗੇ, ਪਰ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਹੁਣ ਵਾਇਰਸ ਚੱਲਿਆ, ਹੁਣ ਕਹਿੰਦੇ ਸ਼ਰਾਬ ਤੋਂ ਸਾਨੂੰ ਘਾਟਾ ਹੀ ਬੜਾ ਪੈ ਰਿਹਾ। ਅਫਸੋਸਨਾਕ ਬਿਆਨ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ। ਅਗਰ ਗੁਜਰਾਤ ਦੇ ਵਿੱਚ ਸ਼ਰਾਬ ਨਹੀਂ ਵਿਕਦੀ ਤੇ ਗੁਜਰਾਤ ਸਟੇਟ ਕੋਈ ਭੁੱਖੀ ਥੋੜਾ ਮਰ ਗਈ ਹੈ। ਅਗਰ ਤੁਸੀਂ ਸਪੋਜ਼ ਕਰੋ ਸ਼ਰਾਬ ਦੀ ਖੁੱਲ੍ਹ ਦੇ ਦਿੰਦੇ ਤਾਂ ਤੁਹਾਡੇ ਲੋਕਡਾਊਨ ਦੀ, ਤੁਹਾਡੇ ਕਰਫਿਊ ਦੀ ਕੀ ਸੈਂਸ ਰਹੂਗੀ? ਕਿ ਜਾਂ ਫਿਰ ਸ਼ਰਾਬ ਦੀ ਜਿਹੜੀ ਹੋਮ ਡਿਲੀਵਰੀ ਆ ਉਹ ਘਰਾਂ 'ਚ ਕਰੋਗੇ? ਕਿੱਡੇ ਕ ਅਸੀਂ ਫੱਬਾਂਗੇ। ਪੰਜਾਬ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਮੰਨੀ ਜਾਂਦੀ ਹੈ ਕਿ ਘਰਾਂ ਦੇ ਵਿੱਚ ਤੁਸੀਂ ਜਿਹੜੀ ਹੈਗੀ ਆ ਦਾਰੂ ਦੀ, ਸ਼ਰਾਬ ਦੀ ਫਿਰ ਹੋਮ ਡਿਲੀਵਰੀ ਹੋਊਗੀ। ਅਗਰ ਨਹੀਂ ਤਾਂ ਫਿਰ ਸੈਕੰਡ ਅਲਟਰਨੇਟਿਵ ਕੀ ਹੈ ਕਿ ਹਰ ਬੰਦਾ ਘਰੋਂ ਮੋਟਰਸਾਈਕਲ, ਕਾਰ, ਸਾਈਕਲ ਚੱਕੂਗਾ ਔਰ ਜਿਹੜਾ ਉਹਨੂੰ ਰਾਹ 'ਚ ਪੁਲਿਸ ਮੁਲਾਜ਼ਮ ਰੋਕੂਗਾ ਉਹਨੂੰ ਕਹੂਗਾ ਕਿ ਮੈਂ ਠੇਕੇ ਤੋਂ ਕੋਈ ਪਊਆ ਉਹ ਅਧੀਆ ਲੈਣ ਜਾ ਰਿਹਾ। ਜਿਵੇਂ ਸਰਕਾਰ ਹੁਣ ਤੌਰ ਤਰੀਕਾ ਅਪਣਾ ਰਹੀ ਹੈ, ਕੋਵਿਡ-19 ਦਾ ਵਾਇਰਸ ਚੱਲ ਰਿਹਾ, ਤੁਹਾਨੂੰ ਲੱਗਦਾ ਵੀ ਇਹ ਸਭ ਕੁਝ ਸਹੀ ਚੱਲ ਰਿਹਾ? ਇਕਨੋਮਿਕ ਸਲੋ ਡਾਊਨ ਜਿਹੜਾ ਆਉਣਾ ਉਹ ਤਾਂ ਸੁਭਾਵਿਕ ਸੀਗਾ, ਪਰ ਜਿਹੜੀਆਂ ਬੇਸਿਕ ਜ਼ਰੂਰਤਾਂ ਵਾ ਲੋਕਾਂ ਦੇ ਰਾਸ਼ਨ ਦੀਆਂ ਜਾਂ ਲੋਕਾਂ ਦੇ ਇਲਾਜ ਵਾਸਤੇ ਜਿਹੜੇ ਪ੍ਰਬੰਧ ਹੋਣੇ ਚਾਹੀਦੇ ਸੀ ਉਹਦੇ 'ਚ ਸਰਕਾਰ ਬੁਰੀ ਤਰ੍ਹਾਂ ਨਾਲ ਫੇਲ ਹੋਈ ਹੈ। ਵਾਇਰਸ ਦੇ ਬਾਵਜੂਦ ਵੀ ਹੁਣ ਜਿਹੜੀ ਆਪਣੇ ਪੰਜਾਬ ਦੀ ਗੱਲਬਾਤ ਕਰੀਏ ਤਾਂ ਰਾਜਨੀਤੀ ਜਿਹੜੀ ਉਹ ਭਾਰੂ ਪੈ ਰਹੀ ਹੈ। ਤੁਹਾਨੂੰ ਕੀ ਲੱਗਦਾ ਹੈ ਵੀ ਇਹ ਅਜਿਹਾ ਕੁਝ ਹੋਣਾ ਚਾਹੀਦਾ ਸੀ ਜਾਂ ਨਹੀਂ? ਸਰਦਾਰ ਮਨਪ੍ਰੀਤ ਸਿੰਘ ਬਾਦਲ ਨੂੰ ਬੜਾ ਦਾਨਿਸ਼ਮੰਦ ਮੰਨਿਆ ਜਾਂਦਾ ਔਰ ਉਹ ਹਮੇਸ਼ਾ ਇਸ ਗੱਲ ਦੀ ਦੁਹਾਈ ਦਿੰਦੇ ਆ ਕਿ ਅਗਰ ਮੈਂ ਝੂਠ ਬੋਲਾਂ, ਅਗਰ ਮੈਂ ਕੁਤਾਹੀ ਕਰਾਂ, ਅਗਰ ਮੈਂ ਬੇਈਮਾਨੀ ਕਰਾਂ ਤਾਂ ਮੈਨੂੰ ਉਸ ਖੁਦਾ ਦੀ ਜਿਹੜੀ ਕਚਹਿਰੀ ਆ ਉੱਥੇ ਜਗ੍ਹਾ ਨਾ ਮਿਲੇ। ਅੰਮ੍ਰਿਤਸਰ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਨਰਸਾਂ ਨੇ ਜਿਹੜੀਆਂ ਸੜਕਾਂ ਤੇ ਆ ਗਈਆਂ ਸੀ, ਜਿਹੜੇ ਉਹਨਾਂ ਨੂੰ ਪੂਰੀ ਸੇਫਟਲੀ ਜਿਹੜੇ ਉਹਨਾਂ ਨੂੰ ਪੁਖਤਾ ਜਿਹੜੇ ਪ੍ਰਬੰਧ ਹੋਣੇ ਚਾਹੀਦੇ ਸੀ ਉਹ ਨਹੀਂ ਕੀਤੇ। ਉਹਨੇ ਰਹਿਣ ਦੀ ਜਿਹੜੀ ਰਿਹਾਇਸ਼ ਸੀਗੀ ਉਹ ਨਹੀਂ ਸਹੀ ਸੀਗੀ। ਉਸ ਤੋਂ ਬਾਅਦ ਜਦੋਂ ਸੜਕਾਂ ਤੇ ਆਏ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਨਾਲ ਦੀ ਨਾਲ ਪ੍ਰਬੰਧ ਕਰਨੇ ਵੀ ਸ਼ੁਰੂ ਕਰ। ਉਹਨਾਂ ਦੇ ਜੁਆਇੰਟ ਸੈਕਟਰੀ ਬਕਾਇਦਾ ਟਵੀਟ ਕਰਕੇ ਕਹਿ ਰਿਹਾ ਕਿ ਅਸੀਂ ਅੱਜ ਇੰਨਾ ਸਮਾਨ ਫਲਾਂ ਮੁਲਕ 'ਚ ਭੇਜਤਾ, ਇੰਨਾ ਫਲਾਂ ਮੁਲਕ ਦੇ ਵਿੱਚ ਭੇਜਤਾ। ਅਸੀਂ ਆਪ ਤਾਂ ਇੱਥੇ ਕਿੱਲਤ ਦੇ ਨਾਲ ਜੂਝ ਰਹੇ ਹਾਂ ਔਰ ਬਾਹਰਲੇ ਜਿਹੜੇ ਵਿਦੇਸ਼ੀ ਮੁਲਕ ਹੈਗੇ ਆ ਉਹਨਾਂ ਨੂੰ ਇਹ ਸਮਾਨ ਭੇਜ ਰਹੇ ਆ। ਪੰਜਾਬ ਸਰਕਾਰ ਦੇ ਪ੍ਰਬੰਧ ਕੀਤੇ ਸੀ, ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਜਿਹੜੀ ਵੀ ਲੋਕਾਂ ਦੇ ਨਾਲ ਜਿਵੇਂ ਵੀ ਨਿਭਾਇਆ ਉਹ ਤੋਂ ਚੰਗਾ ਵਿਹਾਰ ਕੀਤਾ ਜਾਂ ਮਾੜਾ ਕੀਤਾ, ਤੁਹਾਨੂੰ ਲੱਗਦਾ ਸਹੀ ਕੀਤਾ? ਕਰੈਕਟਰ ਹੁੰਦਾ ਬੇਸਿਕ ਕਿਸੇ ਵੀ ਤੁਸੀਂ ਮਹਿਕਮੇ ਦਾ ਲਾ ਲਓ, ਕਿਸੇ ਵੀ ਜਿਹੜਾ ਤਬਕੇ ਦਾ ਲਾ ਲਓ। ਪੰਜਾਬ ਪੁਲਿਸ ਹੱਲੇ ਵੀ ਆਪਦੇ ਆਪ ਨੂੰ ਜਿਹੜਾ 90 ਦੇ ਦਹਾਕੇ 'ਚੋਂ ਕੱਢਣ ਦੇ ਵਿੱਚ ਕਾਮਯਾਬ ਨਹੀਂ ਹੋਈ, ਪਰ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਵੀ ਚਾਹੀਦਾ ਕਿ ਆਪਦੇ ਜਿਹੜੇ ਮੁਲਾਜ਼ਮ ਆ, ਮਤਾਹਤ ਆ, ਉਹਨਾਂ ਨੂੰ ਥੋੜ੍ਹਾ ਜਿਹਾ ਸਮਝਾ ਕੇ ਰੱਖਣ ਕਿ ਲੋਕਾਂ ਦੇ ਨਾਲ ਨਰਮੀ ਨਾਲ ਪੇਸ਼ ਆਉਣ। ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਜਗਮੀਤ ਸਿੰਘ। ਅਸੀਂ ਅੱਜ ਗੱਲਬਾਤ ਕਰਾਂਗੇ ਜਿਵੇਂ ਕਿ ਪੂਰੇ ਦੇਸ਼ ਦੇ ਵਿੱਚ, ਪੂਰੇ ਸੰਸਾਰ ਦੇ ਵਿੱਚ ਕੋਵਿਡ-19 ਦਾ ਜਿਹੜਾ ਵਾਇਰਸ ਚੱਲ ਰਿਹਾ ਪੂਰਾ ਖਤਰਨਾਕ ਹੈ। ਇਸ ਦੇ ਸੰਬੰਧੀ ਜਿਹੜੇ ਹਾਲਾਤ ਨੇ ਪੂਰੇ ਨਾਜ਼ੁਕ ਬਣੇ ਹੋਏ ਨੇ, ਸਾਰਾ ਕੁਝ ਠੱਪ ਪਿਆ, ਕਾਰੋਬਾਰ ਰੁਕੇ ਹੋਏ ਨੇ। ਚਾਹੇ ਪੰਜਾਬ ਦੀ ਗੱਲ ਕਰਕੇ, ਚਾਹੇ ਪੰਜਾਬ ਤੋਂ ਬਾਹਰ ਕਿਤੋਂ ਦੀ ਵੀ ਗੱਲ ਕਰ ਲਈਏ, ਅਜਿਹਾ ਕੁਛ ਹੀ ਆ। ਇਸੇ ਤਰ੍ਹਾਂ ਅਸੀਂ ਪੰਜਾਬ ਦੀ ਗੱਲਬਾਤ ਕਰਾਂਗੇ। ਜਿਹੜਾ ਵਾਇਰਸ ਆਇਆ ਸੀਗਾ ਉਹਦੇ ਨਾਲ ਇੱਥੋਂ ਦੀ ਸਰਕਾਰਾਂ ਦੇ ਜਿਹੜੇ ਤੌਰ ਤਰੀਕੇ ਅਪਣਾਏ ਨੇ, ਕੀ ਉਹ ਸਹੀ ਨੇ ਜਾਂ ਨਹੀਂ ਸਹੀ, ਜਾਂ ਨਸ਼ਿਆਂ 'ਤੇ ਕਿਵੇਂ ਰੋਕ ਲੱਗ ਸਕਦੀ ਸੀ ਜਾਂ ਨਹੀਂ ਲੱਗ ਸਕਦੀ ਸੀ। ਸਾਡੇ ਨਾਲ ਅੱਜ ਹਾਈ ਕੋਰਟ ਦੇ ਵਕੀਲ ਮਨਿੰਦਰ ਸਿੰਘ ਭੁੱਲਰ ਸਾਡੇ ਨਾਲ ਮੌਜੂਦ ਨੇ। ਅਸੀਂ ਸਾਰੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਾਡਾ ਸਵਾਲ ਇਹ ਹੀ ਆ, ਜਿਵੇਂ ਸਰਕਾਰ ਹੁਣ ਤੌਰ ਤਰੀਕਾ ਅਪਣਾ ਰਹੀ ਆ, ਕੋਵਿਡ-19 ਦਾ ਵਾਇਰਸ ਚੱਲ ਰਿਹਾ, ਤੁਹਾਨੂੰ ਲੱਗਦਾ ਵੀ ਇਹ ਸਭ ਕੁਝ ਸਹੀ ਚੱਲ ਰਿਹਾ? ਗੁਰਫਤਿਹ ਜਗਮੀਤ ਜੀ, ਤੁਹਾਡੇ ਸੁਣਨ ਵਾਲਿਆਂ ਨੂੰ ਸਰਕਾਰ ਦੇ ਜਿਹੜੇ ਪ੍ਰਬੰਧ ਹੈ, ਸਰਕਾਰ ਕਲੇਮ ਤਾਂ ਸ਼ੁਰੂ ਤੋਂ ਇਹੀ ਕਰ ਰਹੀ ਹੈ ਕਿ ਅਸੀਂ ਬੜੇ ਪੁਖਤਾ ਇੰਤਜ਼ਾਮਾਤ ਕੀਤੇ ਹੋਏ ਆ, ਪਰ ਤੁਸੀਂ ਲਗਭਗ 1 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਲੋਕਡਾਊਨ ਹੋਇਆ, ਪੰਜਾਬ 'ਚ ਕਰਫਿਊ ਲੱਗਿਆ, ਅਤੇ ਤੁਸੀਂ ਸਾਰੇ ਖੇਤਰਾਂ ਦੇ ਵਿੱਚ ਹੀ ਦੇਖੋ ਕਿ ਕੋਹਰਾਮ ਮੱਚਿਆ ਹੋਇਆ, ਤਰ੍ਹਾਂ ਕਰ ਰਹੇ ਆ ਲੋਕ। ਔਰ ਇਕਨੋਮਿਕ ਸਲੋ ਡਾਊਨ ਜਿਹੜਾ ਆਉਣਾ ਉਹ ਤਾਂ ਸੁਭਾਵਿਕ ਸੀਗਾ, ਪਰ ਜਿਹੜੀਆਂ ਬੇਸਿਕ ਜ਼ਰੂਰਤਾਂ ਵਾ ਲੋਕਾਂ ਦੇ ਰਾਸ਼ਨ ਦੀਆਂ ਜਾਂ ਲੋਕਾਂ ਦੇ ਇਲਾਜ ਵਾਸਤੇ ਜਿਹੜੇ ਪ੍ਰਬੰਧ ਹੋਣੇ ਚਾਹੀਦੇ ਸੀ ਉਹਦੇ 'ਚ ਸਰਕਾਰ ਬੁਰੀ ਤਰ੍ਹਾਂ ਨਾਲ ਫੇਲ ਹੋਈ ਹੈ। ਤੁਸੀਂ ਕਿਸੇ ਮਰਜ਼ੀ ਐਂਗਲ ਤੋਂ ਦੇਖ ਲਓ, ਚਾਹੇ ਜਿਹੜਾ ਬੇਸਿਕ ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ ਜਿਹੜਾ ਚਾਹੀਦਾ ਸੀਗਾ, ਚਾਹੇ ਮਾਸਕ ਲਾ ਲਓ, ਚਾਹੇ ਗਲਵਜ਼ ਲਾ ਲਓ, ਚਾਹੇ ਇੱਕ ਕਵਰਆਲ, ਬਾਡੀ ਕਵਰਆਲ ਹੁੰਦਾ, ਉਹ ਕੇਰਲਾ ਦੇ ਵਿੱਚ ਜਨਵਰੀ ਦੇ ਵਿੱਚ ਪਹਿਲਾ ਕੇਸ ਆ ਗਿਆ ਸੀਗਾ। 2 ਜਾਂ 3 ਕੇਸ ਸੀਗੇ। ਉਸ ਦਿਨ ਤੋਂ ਲੈ ਕੇ ਹੀ ਜਿਹੜਾ ਪੂਰੀ ਦੁਨੀਆ ਦੇ ਵਿੱਚ, ਚਾਹੇ ਉਹ ਇਟਲੀ ਹੈ, ਚਾਹੇ ਉਹ ਚਾਈਨਾ ਦੇ ਵਿੱਚ, ਉਸ ਤੋਂ ਪਹਿਲਾਂ ਜਿਹੜਾ ਹਾਲਾਤ ਬੜੇ ਬਦ ਤੋਂ ਬਦਤਰ ਸੀਗੇ।
ਪਰ ਉਸੇ ਦਰਮਿਆਨ ਸਾਡੀ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਨੇ ਡੋਨਲਡ ਟਰੰਪ ਨੂੰ ਇਨਵਾਈਟ ਕੀਤਾ ਹੋਇਆ ਸੀਗਾ। ਉਸੇ ਦਰਮਿਆਨ ਇੱਥੇ ਸਾਰਾ ਕੁਝ ਖੁੱਲ੍ਹੇਆਮ ਚੱਲਦਾ ਰਿਹਾ ਤੇ ਜਦੋਂ ਜਿਵੇਂ ਕਹਿੰਦੇ ਕਿ ਬੂਹੇ ਆਈ ਜੰਝ ਤੇ ਵਿੰਨੋ ਕੁੜੀ ਦੇ ਕੰਨ, ਜਦੋਂ ਬਿਲਕੁਲ ਸਾਡੀ ਥ੍ਰੈਸ਼ਹੋਲਡ ਦੇ ਉੱਪਰ, ਸਾਡੇ ਬੂਹੇ ਦੇ ਉੱਪਰ ਜਿਹੜਾ ਕਰੋਨਾ ਵਾਇਰਸ ਆ ਗਿਆ, ਉਦੋਂ ਇਹਨਾਂ ਨੇ ਪ੍ਰਬੰਧ ਸ਼ੁਰੂ ਕੀਤੇ ਔਰ ਉਦੋਂ ਤੋਂ ਲੈ ਕੇ ਹੁਣ ਤੱਕ, ਚਾਹੇ ਉਹ ਇਹਨਾਂ ਦੇ ਰਾਸ਼ਨ ਵੰਡਣ ਦਾ ਜਿਹੜਾ ਤੌਰੇ ਤਰੀਕਾ ਹੋਵੇ, ਚਾਹੇ ਇਕਵਿਪਮੈਂਟ ਦੀ ਗੱਲ ਹੋਵੇ, ਚਾਹੇ ਮੈਡੀਕਲ ਫੈਸਿਲਿਟੀਜ਼, ਸਾਰਾ ਕੁਝ ਬੜਾ ਨਾਕਸ ਢੰਗ ਨਾਲ ਔਰ ਲੋਕ ਬੜੇ ਦੁਖੀ ਨੇ ਇਸ ਸਾਰੇ ਤੋਂ। ਵਾਇਰਸ ਦੇ ਬਾਵਜੂਦ ਵੀ ਹੁਣ ਜਿਹੜੀ ਆਪਣੇ ਪੰਜਾਬ ਦੀ ਗੱਲਬਾਤ ਕਰੀਏ ਤਾਂ ਰਾਜਨੀਤੀ ਜਿਹੜੀ ਉਹ ਭਾਰੂ ਪੈ ਰਹੀ ਹੈ। ਤੁਹਾਨੂੰ ਕੀ ਲੱਗਦਾ ਹੈ ਵੀ ਇਹ ਅਜਿਹਾ ਕੁਝ ਹੋਣਾ ਚਾਹੀਦਾ ਸੀ ਜਾਂ ਨਹੀਂ? ਰਾਜਨੀਤੀ ਤਾਂ ਤੁਸੀਂ ਦੇਖੋ, ਸਰਦਾਰ ਮਨਪ੍ਰੀਤ ਸਿੰਘ ਬਾਦਲ ਨੂੰ ਬੜਾ ਦਾਨਿਸ਼ਮੰਦ ਮੰਨਿਆ ਜਾਂਦਾ ਔਰ ਹਮੇਸ਼ਾ ਇਸ ਗੱਲ ਦੀ ਦੁਹਾਈ ਦਿੰਦੇ ਆ ਕਿ ਅਗਰ ਮੈਂ ਝੂਠ ਬੋਲਾਂ, ਅਗਰ ਮੈਂ ਕੁਤਾਹੀ ਕਰਾਂ, ਅਗਰ ਮੈਂ ਬੇਈਮਾਨੀ ਕਰਾਂ ਤਾਂ ਮੈਨੂੰ ਉਸ ਖੁਦਾ ਦੀ ਜਿਹੜੀ ਕਚਹਿਰੀ ਆ ਉੱਥੇ ਜਗ੍ਹਾ ਨਾ ਮਿਲੇ। ਔਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੱਲ੍ਹ ਬੜਾ ਗਰਜ ਕੇ ਮੁੱਖ ਮੰਤਰੀ ਪੰਜਾਬ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਕਿ ਅਸੀਂ 886 ਕਰੋੜ ਰੁਪਈਆ ਭੇਜਿਆ ਕੇਂਦਰ ਸਰਕਾਰ ਨੇ ਔਰ 70,000 ਮੀਟ੍ਰਿਕ ਟਨ ਰਾਸ਼ਨ ਜਿਹੜਾ ਕਣਕ ਭੇਜੀ, ਚੌਲ ਭੇਜੇ ਔਰ ਇਸ ਤੋਂ ਇਲਾਵਾ GST ਜਿਹੜਾ ਹੈਗਾ ਉਹ ਅਸੀਂ ਤੁਹਾਨੂੰ ਕਿਸ਼ਤ ਜਿਹੜੀ ਹੈਗੀ ਮੁਹੱਈਆ ਕਰਵਾਤੀ। ਉਹਦੇ ਅਗੇਂਸਟ ਦੇਖੋ ਸਾਹਿਬ ਮਨਪ੍ਰੀਤ ਸਿੰਘ ਬਾਦਲ ਨੇ ਉਸ ਤੋਂ ਨਾ ਪਹਿਲਾਂ ਨਾ ਉਸ ਤੋਂ ਬਾਅਦ ਕੋਈ ਗੱਲ ਕੀਤੀ ਆ ਕਿ ਲੋਕਾਂ ਤੱਕ ਰਾਸ਼ਨ ਕਿਸ ਤਰ੍ਹਾਂ ਪਹੁੰਚੂਗਾ, ਸਾਡੇ ਡਾਕਟਰ ਸੇਫ ਹੈਗੇ ਆ ਨਹੀਂ ਹੈਗੇ, ਸਾਡੇ ਫਰੰਟ ਰਨਰ ਜਿਹੜੇ ਹੈਗੇ ਆ, ਚਾਹੇ ਉਹ 108 ਐਂਬੂਲੈਂਸ ਦੇ ਵਿੱਚ ਕੰਮ ਕਰਨ ਵਾਲਾ ਅਮਲਾ ਹੈਗਾ, ਚਾਹੇ ਉਹ ਪੰਜਾਬ ਪੁਲਿਸ ਹੈ, ਚਾਹੇ ਹੋਮਗਾਰਡ ਦੇ ਜਵਾਨ ਨੇ, ਚਾਹੇ ਉਹ ਸਫਾਈ ਕਰਮਚਾਰੀ ਆ, ਚਾਹੇ ਡਾਕਟਰਸ ਆ, ਉਹਨਾਂ ਨੇ ਇੱਕ ਲਫ਼ਜ਼ ਵੀ ਉਹਦੇ ਬਾਰੇ ਨਹੀਂ ਕਿਹਾ। ਔਰ ਇਹਦੇ ਬਾਰੇ ਬੜਾ ਉਹਨਾਂ ਨੇ ਗੂੜ ਉਰਦੂ ਦੇ ਵਿੱਚ ਕਿਹਾ ਕਿ ਸਾਡੇ ਸਿਆਸੀ ਵਿਰੋਧੀ ਤਾਸੁਰ ਕਰਦੇ ਆ, ਤੰਜ਼ਾਂ ਕੱਸਦੇ ਆ ਔਰ ਜਿਹੜਾ ਸਾਨੂੰ ਫੰਡ ਦੀ ਗੱਲ ਕੀਤੀ ਜਾ ਰਹੀ ਹੈ ਉਹ ਸਾਡਾ ਹੱਕ ਬਣਦਾ ਸੀ। ਮੀਨ ਟੂ ਸੇ ਕਿ ਉਹਨਾਂ ਨੇ ਵੀ ਰਾਜਨੀਤੀ ਕੀਤੀ ਔਰ ਜਿਹੜੇ ਬੰਦੇ ਸਰਕਾਰ ਦੇ ਵਿੱਚ ਬੈਠੇ ਆ ਉਹ ਵੀ ਇਹਦੇ 'ਤੇ ਹੁੱਭ ਕੇ ਰਾਜਨੀਤੀ ਕਰ ਰਹੇ ਆ। ਇਸ ਗੱਲ 'ਤੇ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਹਾਲੇ ਤੱਕ ਕ੍ਰਿਸਟਲ ਕਲੀਅਰ ਕੀਤਾ ਲੋਕਾਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਜਿਹੜੇ ਖਰਚੇ ਹੈਗੇ ਆ ਜਾਂ ਤੁਹਾਡੀਆਂ ਲਾਇਬਿਲਿਟੀਜ਼ ਆ ਉਹਨਾਂ ਨੂੰ ਸਰਕਾਰ ਕਿਸ ਤਰ੍ਹਾਂ ਟੈਕਲ ਕਰੂਗੀ। ਜਿਵੇਂ ਤੁਸੀਂ ਗੱਲਬਾਤ ਕੀਤੀ ਕਿ ਸਰਕਾਰ ਦੇ ਪੁਖਤਾ ਪ੍ਰਬੰਧਾਂ ਨੂੰ ਲੈ ਕੇ, ਜਿਵੇਂ ਪਿੱਛੇ ਜੇ ਅੰਮ੍ਰਿਤਸਰ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਨਰਸਾਂ ਨੇ ਜਿਹੜੀਆਂ ਸੜਕਾਂ 'ਤੇ ਆ ਗਈਆਂ ਸੀ, ਜਿਹੜੇ ਉਹਨਾਂ ਨੂੰ ਪੂਰੀ ਸੇਫਟਲੀ ਜਿਹੜੇ ਉਹਨਾਂ ਨੂੰ ਪੁਖਤਾ ਜਿਹੜੇ ਪ੍ਰਬੰਧ ਹੋਣੇ ਚਾਹੀਦੇ ਸੀ ਉਹ ਨਹੀਂ ਕੀਤੇ, ਉਹਨਾਂ ਰਹਿਣ ਦੀ ਜਿਹੜੀ ਰਿਹਾਇਸ਼ ਸੀਗੀ ਉਹ ਨਹੀਂ ਸਹੀ ਸੀਗੀ। ਉਸ ਤੋਂ ਬਾਅਦ ਜਦੋਂ ਸੜਕਾਂ 'ਤੇ ਆਏ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਨਾਲ ਦੀ ਨਾਲ ਪ੍ਰਬੰਧ ਕਰਨੇ ਵੀ ਸ਼ੁਰੂ ਕਰ ਦਿੱਤੇ। ਇਹ ਸਰਕਾਰ ਦਾ ਤਰਜ਼ੇ ਅਮਲ ਹੀ ਇਹ ਆ। ਤੁਸੀਂ ਹੁਣ ਵੀ ਦੇਖੋ ਬਹੁਤ ਸਾਰੇ ਜਿਹੜਾ ਗੂੜ ਮਾਲਵਾ ਇਲਾਕਾ ਵਾ ਜਿੱਥੇ ਲੋਕ ਹਿੱਤਾਂ ਵਾਸਤੇ ਜਿਹੜੀਆਂ ਲੋਕ ਜਥੇਬੰਦੀਆਂ ਲੜਨ ਵਾਲੀਆਂ, ਕਿਉਂਕਿ ਸਾਡੀ ਇਸ ਬੈਲਟ ਦੇ ਵਿੱਚ ਥੋੜ੍ਹਾ ਜਿਹਾ ਕਿਸਾਨ ਜਥੇਬੰਦੀਆਂ ਵੀ ਔਰ ਜਿਵੇਂ ਟ੍ਰੇਡ ਯੂਨੀਅਨ ਵੀ ਉਹ ਇੰਨੀ ਸਟਰੋਂਗ ਨਹੀਂ ਹੈਗੀ, ਉਹਨਾਂ ਇਲਾਕਿਆਂ ਦੇ ਵਿੱਚ ਹੁਣ ਵੀ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਆ, ਚਾਹੇ ਉਹ ਵਰਚੁਅਲ ਜਿਹੜਾ ਹੈਗਾ ਪ੍ਰਦਰਸ਼ਨ ਕਰ ਰਹੇ ਆ। ਕਿਉਂਕਿ ਜਿਹੜਾ ਮੈਡੀਕਲ ਸਹੂਲਤਾਂ ਦੀ ਆਪਾਂ ਸ਼ੁਰੂ 'ਚ ਵੀ ਗੱਲ ਕੀਤੀ ਆ ਕਿ ਉੱਥੇ ਸਮਾਜ ਸੇਵੀ ਜਿਹੜੇ ਅੰਮ੍ਰਿਤਸਰ ਦੇ ਹੈਗੇ ਆ ਉਹਨਾਂ ਨੇ ਪਹਿਲਾਂ PP ਕਿੱਟਾਂ ਮੁਹੱਈਆ ਕਰਵਾਈਆਂ ਔਰ ਸਰਕਾਰ ਦਾ ਹਾਲ ਇਹ ਹੈ ਕਿ ਚਾਈਨਾ ਤੋਂ ਜਿਹੜੀ ਇਹਨਾਂ ਨੇ ਰੈਪਿਡ ਟੈਸਟ ਕਿੱਟ ਮੰਗਾਈ ਸੀਗੀ ਉਹਦੇ ਵਿੱਚ ਇੰਨੇ ਜ਼ਿਆਦਾ ਫਲੌਜ਼ ਆ ਕਿ ਉਹ ਸਿਰਫ ਇੱਕ ਦਿਨ ਹੀ ਚੱਲੀ ਔਰ ਇਹਨਾਂ ਨੇ ਉਹਦੇ 'ਚ ਵੀ ਚੁਸਤੀ ਇਹ ਕੀਤੀ ਕਿ ਉਹਨਾਂ ਕਿੱਟਾਂ ਦੇ ਨਾਲ ਆਪਦੇ ਪੁਲਿਸ ਚਲੋ ਸਾਡੀ ਵੀ ਹੈ, ਸਾਡੀ ਹਿਫਾਜ਼ਤ ਵਾਸਤੇ ਆ, ਪਰ ਆਮ ਲੋਕਾਂ ਨੂੰ ਔਰ ਜਿਹੜੇ ਆਫੀਸਰ ਕਲਾਸ ਸਾਰਿਆਂ ਨੂੰ ਸੇਮ ਫੁਟੇਜ 'ਤੇ ਰੱਖਣਾ ਚਾਹੀਦਾ। ਸਿਰਫ ਇੱਕ ਦਿਨ ਰੈਪਿਡ ਕਿੱਟਾਂ ਨਾਲ ਟੈਸਟ ਕੀਤੇ ਗਏ ਔਰ ਉਸ ਤੋਂ ਬਾਅਦ ਉਹਦੇ 'ਚ ਮੇਜਰ ਫਲੌਜ਼ ਆ ਗਏ ਔਰ ਉਹ ਕਿੱਟਾਂ ਦੁਬਾਰਾ ਵਾਪਸ ਭੇਜਤੀਆਂ। ਹਾਲਾਂਕਿ ਉਸ ਤੋਂ ਪਹਿਲਾਂ ਘੱਟੋ ਘੱਟ 5 ਮੁਲਕ ਜਿਹੜੇ ਹੈਗੇ ਆ ਯੂਰਪ ਦੇ, ਉਹ ਕਿੱਟਾਂ ਚਾਈਨਾ ਨੂੰ ਵਾਪਸ ਭੇਜ ਚੁੱਕੇ ਸੀ ਔਰ ਉਹੀ ਡਿਫੈਕਟਡ ਜਿਹੜਾ ਇਕਵਿਪਮੈਂਟ ਆ ਉਹ ਦੁਬਾਰਾ ਭਾਰਤ ਦੇ ਸਿਰ ਮੜਿਆ ਗਿਆ ਔਰ ਇਹਨਾਂ ਨੇ ਬੀਬੇ ਪੁੱਤ ਬਣ ਕੇ ਉਹਨੂੰ ਲੈ ਲਿਆ ਔਰ ਹੁਣ ਜਦੋਂ ਉਹਦਾ ਰਿਜ਼ਲਟ ਸਹੀ ਨਹੀਂ ਆਇਆ ਤਾਂ ਉਹ ਜਿਹੜਾ ਇਕਵਿਪਮੈਂਟ ਆ ਉਹ ਵਾਪਸ ਭੇਜਤਾ। ਔਰ ਇਸ ਤੋਂ ਪਹਿਲਾਂ ਚਾਹੇ ਅੰਮ੍ਰਿਤਸਰ ਦੀ ਗੱਲ ਹੈ, ਚਾਹੇ ਜਲੰਧਰ, ਚਾਹੇ ਮੋਹਾਲੀ ਦੀ ਗੱਲ ਹੈ, ਸਟਿਲ ਹੱਲੇ ਵੀ ਅੱਜ 1 ਮਹੀਨਾ ਹੋ ਗਿਆ ਅਸੀਂ 3rd ਫੇਜ਼ ਦੇ ਵਿੱਚ ਦਾਖਲ ਹੋਣ ਦੀ ਬਿਲਕੁਲ ਕਗਾਰ 'ਤੇ ਖੜ੍ਹੇ ਹਾਂ, ਪਰ ਹੱਲੇ ਤੱਕ ਜਿਹੜਾ ਮੈਡੀਕਲ ਸਹੂਲਤਾਂ ਹੈਗੀਆਂ ਉਹੀ ਸਰਕਾਰ ਤੋਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਤੁਸੀਂ ਗੱਲ ਕੀਤੀ ਉਹ ਕਿੱਟਾਂ ਜਿਹੜੀਆਂ ਇਹਨਾਂ ਨੇ ਬੀਬੇ ਪੁੱਤ ਬਣ ਕੇ ਲੈ ਲਈਆਂ, ਜਿਵੇਂ 5 ਮੁਲਕਾਂ ਨੇ ਪਹਿਲਾਂ ਉਹਨਾਂ ਨੂੰ ਵਾਪਸ ਕੀਤੀਆਂ ਸੀ, ਇਹਦਾ ਮਤਲਬ ਇਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਜਿਹੜਾ ਘਟੀਆ ਮਾਲ ਖਰੀਦ ਰਹੇ ਸੀ। ਇਹ ਬਹੁਤ ਕਾਲਾ ਮਾਲਾ ਹੈਗਾ ਜੀ। ਨੈਸ਼ਨਲ ਲੈਵਲ ਦੇ ਉੱਪਰ ਜਿਹੜੀ ਇਹ ਮੈਡੀਕਲ ਇਕਵਿਪਮੈਂਟ ਜਾਂ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਬਣਾਉਂਦੀ ਹੈ ਏਜੰਸੀ, ਉਹਨਾਂ ਨੇ ਸਰਕਾਰ ਨੇ ਜਦ ਪਹਿਲਾਂ ਅਨਾਉਂਸ ਕੀਤਾ ਕਿ ਠੀਕ ਹੈ ਸਾਨੂੰ PP ਕਿੱਟਾਂ ਚਾਹੀਦੀਆਂ ਵਾ, ਤਾਂ 1 ਮਹੀਨਾ ਲਗਾਤਾਰ ਜਿਹੜੀ ਮਿਨਿਸਟਰੀ ਆਫ ਹੈਲਥ ਜਾਂ ਮਿਨਿਸਟਰੀ ਆਫ ਮੈਂ ਨਾਮ ਭੁੱਲ ਗਿਆ ਉਸ ਮੰਤਰਾਲੇ ਦਾ ਜਿਹੜਾ ਇਹਦੇ ਨਾਲ ਸੰਬੰਧਿਤ ਆ, ਉਹਨਾਂ ਨੇ 1 ਮਹੀਨੇ ਤੱਕ ਉਹਨਾਂ ਨੂੰ ਆਰਡਰ ਹੀ ਨਹੀਂ ਦਿੱਤਾ ਔਰ ਉਸ ਤੋਂ ਬਾਅਦ 3 ਪ੍ਰਾਈਵੇਟ ਕੰਪਨੀਜ਼ ਸੀਗੀਆਂ ਜਿਨ੍ਹਾਂ ਨੇ ਉਹ ਇਕਵਿਪਮੈਂਟ ਤਿਆਰ ਕਰਨਾ ਸੀ, ਉਹਨਾਂ ਨੂੰ ਆਰਡਰ ਦੇਣ ਦੀ ਬਜਾਏ ਵਿਦੇਸ਼ਾਂ ਤੋਂ ਜਿਹੜਾ ਹੈਗਾ ਉਹ ਇਕਵਿਪਮੈਂਟ ਹੈ ਇਹ ਇੰਪੋਰਟ ਕਰਵਾ ਰਹੇ ਆ ਔਰ ਹਾਲੇ ਤੱਕ ਜਿਹੜਾ ਸਾਡੇ ਮੁਲਕ ਦੇ ਵਿੱਚ ਸਾਡੇ ਕੋਲੇ ਗਲਵਜ਼ ਸੀਗੇ, ਸਾਡੇ ਕੋਲੇ PP ਕਿੱਟਾਂ ਅਵੇਲੇਬਲ ਸੀਗੀਆਂ,
ਉਹ ਇਹਨਾਂ ਨੇ ਬਾਹਰ ਵਿਦੇਸ਼ਾਂ ਨੂੰ, ਉਹ ਤੁਸੀਂ ਟਵਿੱਟਰ ਚੈੱਕ ਕਰੋ ਜਿਹੜਾ ਵਿਦੇਸ਼ ਮੰਤਰਾਲੇ ਦਾ ਹੈਗਾ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ, ਜਾਂ ਜਿਹੜਾ ਸਾਡੇ ਹੈਲਥ ਡਿਪਾਰਟਮੈਂਟ ਦਾ, ਉਹਨਾਂ ਦੇ ਜੁਆਇੰਟ ਸੈਕਟਰੀ ਬਕਾਇਦਾ ਟਵੀਟ ਕਰਕੇ ਕਹਿ ਰਿਹਾ ਕਿ ਅਸੀਂ ਅੱਜ ਇੰਨਾ ਸਮਾਨ ਫਲਾਂ ਮੁਲਕ 'ਚ ਭੇਜਤਾ, ਇੰਨਾ ਫਲਾਂ ਮੁਲਕ ਦੇ ਵਿੱਚ ਭੇਜਤਾ। ਅਸੀਂ ਆਪ ਤਾਂ ਇੱਥੇ ਕਿੱਲਤ ਦੇ ਨਾਲ ਜੂਝ ਰਹੇ ਹਾਂ, ਔਰ ਬਾਹਰਲੇ ਜਿਹੜੇ ਵਿਦੇਸ਼ੀ ਮੁਲਕ ਹੈਗੇ ਆ ਉਹਨਾਂ ਨੂੰ ਇਹ ਸਮਾਨ ਭੇਜ ਰਹੇ ਆ। ਸੋ ਉਹ ਇਹਦੇ ਲਈ ਵੈਸੇ ਤਾਂ ਜਿਹੜਾ ਕੋਈ ਐਕਸਟਰਨਲ ਅਫੇਅਰਸ ਦਾ ਐਕਸਪਰਟ ਬੰਦਾ ਹੈਗਾ ਜਾਂ ਉਹ ਨੀਤੀਆਂ ਦੇ ਨਾਲ ਗੂੜ ਗਿਆਨ ਰੱਖਦਾ, ਉਹ ਜ਼ਿਆਦਾ ਵਧੀਆ ਜਵਾਬ ਦੇ ਸਕਦਾ ਕਿ ਉਹ ਵਾਕਿਆ ਹੀ ਇਸ ਵਿਪਤਾ ਦੀ ਘੜੀ ਦੇ ਵਿੱਚ ਵੀ ਜ਼ਰੂਰੀ ਸੀਗਾ, ਜਾਂ ਸਿਰਫ ਉੱਥੇ ਆਪਦੀ ਇੱਕ ਪੈਂਠ ਬਣਾਉਣ ਵਾਸਤੇ ਜਿਹੜੇ ਸਾਡੇ ਮੁਲਕ ਦੇ ਲੋਕ ਆ ਉਹਨਾਂ ਨੂੰ ਇਹਨਾਂ ਨੇ ਰੱਬ ਆਸਰੇ ਛੱਡਿਆ ਹੋਇਆ। ਜਿਵੇਂ ਕਿ ਦੂਜੇ ਜਿਹੜੇ ਮੁਲਕ ਹੈਗੇ ਸੀ, ਬਹੁਤ ਜ਼ਿਆਦਾ ਮੁਲਕ ਇਹ ਵਾਇਰਸ ਦੀ ਲਪੇਟ 'ਚ ਆ ਗਏ ਸੀ, ਤਰ੍ਹਾਂ ਕਰ ਰਹੇ ਸੀ, ਪਰ ਜਿਹੜੇ ਸਾਡੇ ਆਵਾਜਾਈ ਸੀ, ਭਾਵੇਂ ਉਹ ਜਹਾਜੀ ਆਵਾਜਾਈ ਹੋਵੇ, ਉਹ ਜਿਉਂ ਦੀ ਤਿਉਂ ਚੱਲ ਰਹੀ ਸੀ। ਜਦੋਂ ਸਾਡੇ ਪੇਸ਼ੈਂਟ ਆਉਣੇ ਸ਼ੁਰੂ ਹੋਏ ਤਦ ਬੰਦ ਕੀਤੀ। ਤੁਹਾਨੂੰ ਲੱਗਦਾ ਨਹੀਂ ਗਾ ਕਿ ਇਹ ਸਭ ਕੁਝ ਜੇਕਰ ਪਹਿਲਾਂ ਹੀ ਕੰਟਰੋਲ ਕਰ ਲੈਂਦੇ ਤੇ ਵਾਇਰਸ ਸਾਡੇ ਵੜਨਾ ਹੀ ਨਹੀਂ ਸੀ? ਤੁਸੀਂ ਉਸ ਗੱਲ ਨੂੰ ਛੱਡੋ, ਤਾਂ ਚਲੋ ਇਹਨਾਂ ਨੇ ਦੇਰ ਆਏ ਦਰੁਸਤ ਆਏ ਅਸੀਂ ਕਹਿ ਸਕਦੇ ਹਾਂ। ਜਦੋਂ ਕਰਫਿਊ ਐਕਸਟੈਂਡ ਕੀਤਾ ਵਾ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ, ਉਸ ਤੋਂ ਅਗਲੇ ਦਿਨ ਮੇਰੇ ਖਿਆਲ 14 ਤਾਰੀਖ ਸੀਗੀ, ਉਸ ਦਿਨ 13 ਤਰੀਕ ਨੂੰ 39 ਲੱਖ ਟਿਕਟਾਂ ਬੁੱਕ ਹੋ ਗਈਆਂ ਰੇਲਵੇ ਦੀਆਂ, ਔਰ ਜਿਹਦੇ ਵਿੱਚ ਬੜੀ ਇਹ ਘੱਟੋ ਘੱਟ 5 ਤੋਂ 6 ਕਰੋੜ ਰੁਪਈਆ, ਕਿਉਂਕਿ 15 ਰੁਪਏ ਪੈਸੰਜਰ ਔਰ ਨੌਨ ਏਸੀ ਟਿਕਟ ਦੇ ਔਰ 30 ਰੁਪਏ ਏਸੀ ਕੋਚ ਦੇ ਜਿਹੜੇ ਹੈਗੇ ਆ ਕਨਵੀਨੀਅੰਸ ਚਾਰਜਸ ਦੇ ਨਾਂ ਤੇ ਕੱਟ ਲੈ ਗਏ। ਉਹ ਲਗਭਗ 5 ਤੋਂ 6 ਕਰੋੜ ਰੁਪਇਆ ਬਣਦਾ। ਔਰ ਉਸ ਤੋਂ ਬਾਅਦ ਜਿਹੜੀ 에ਅਰ ਇੰਡੀਆ ਵਾ, ਉਹਨਾਂ ਨੇ ਆਪਦੀਆਂ ਟਿਕਟਸ ਜਿਹੜੀਆਂ ਹੈਗੀਆਂ ਉਹ ਫਲਾਈਟਸ ਦੀਆਂ ਉਹ ਬੁੱਕ ਕਰਨੀਆਂ ਸ਼ੁਰੂ ਕਰਤੀਆਂ। ਮਤਲਬ ਤੁਸੀਂ ਕਿਸੇ ਇੱਕ ਅਦਾਰੇ ਨੂੰ ਨਹੀਂ ਕਹਿ ਸਕਦੇ, ਸਾਰੇ ਜਿਹੜਾ ਇਹਨਾਂ ਦਾ ਅਮਲਾ ਵਾ ਸਰਕਾਰ ਦਾ, ਉਹਦੀ ਆਪਸ ਦੇ ਵਿੱਚ ਕੋਈ ਕੋਆਰਡੀਨੇਸ਼ਨ ਨਹੀਂ, ਕੋਈ ਤਾਲਮੇਲ ਨਹੀਂ ਹੈ। ਮਤਲਬ ਪਹਿਲਾਂ ਤਾਂ ਜਿਹੜਾ ਇਹਨਾਂ ਨੇ ਲੇਟ ਸਾਰਾ ਕੁਝ, ਜਿਵੇਂ ਆਪਾਂ ਕਹਿ ਰਹੇ ਹਾਂ ਕਿ ਲੇਟ ਲਤੀਫੀ ਤਾਂ ਸੀਗੀ, ਔਰ ਮੋਰਓਵਰ ਜਿਹੜਾ ਇਸ ਦੇ ਵਿੱਚ ਬਕਾਇਦਾ ਇੱਕ ਕੌਮ ਨੂੰ ਜਾਂ ਇੱਕ ਧਰਮ ਨੂੰ, ਚਾਹੇ ਉਹ ਸਿੱਖ ਧਰਮ ਆ, ਚਾਹੇ ਉਹ ਮੁਸਲਿਮ ਨੇ, ਚਾਹੇ ਕਿਸੇ ਹੋਰ ਕਮਿਊਨਿਟੀ ਨੂੰ ਬਿਲੋਂਗ ਕਰਦੇ ਲੋਕਾਂ ਨੂੰ ਬਦਨਾਮ ਕਰਨ ਦੀ ਜਿਹੜੀ ਸਾਜ਼ਿਸ਼ ਰਚਣ ਦੀ ਕੋਸ਼ਿਸ਼ ਕੀਤੀ ਗਈ, ਉਹ ਸਾਰੇ ਵਿਅਕਤੀ ਜਿਹੜੇ ਹੈਗੇ ਆ, ਮੰਨ ਲਓ ਬਲਦੇਵ ਸਿੰਘ ਪਠਲਾਵੇ ਵਾਲਾ, ਉਸ ਸਾਰੇ ਪਿੰਡ ਨੂੰ ਬਦਨਾਮ ਕਰ ਦਿੱਤਾ ਗਿਆ, ਉਹਦੇ ਪਰਿਵਾਰ ਨੂੰ ਬਦਨਾਮ ਕਰ ਦਿੱਤਾ ਗਿਆ, ਜਦ ਕਿ ਉਹ ਵਾਇਆ ਜਰਮਨੀ ਜਦੋਂ ਇੱਥੇ ਆਇਆ ਤਾਂ ਉਹਦੀ ਜਿਹੜੀ ਸਕਰੂਟਨੀ ਸੀਗੀ, ਉਹਦਾ ਜਿਹੜਾ ਸਾਰਾ ਚੈੱਕਅਪ ਸੀ ਉਹ ਉੱਥੇ ਏਅਰਪੋਰਟ ਤੇ ਹੋਣਾ ਚਾਹੀਦਾ ਸੀ। ਉਸ ਤੋਂ ਬਾਅਦ ਜਦੋਂ ਆਪਦੇ ਪਿੰਡ ਰਿਹਾ, ਉਦੋਂ ਹਸਪੀਟਲ ਜਾਂਦਾ ਰਿਹਾ, ਉਦੋਂ ਉਹਦਾ ਚੈੱਕਅਪ ਹੋਣਾ ਚਾਹੀਦਾ ਸੀ। ਕੋਈ ਵੀ ਵਿਅਕਤੀ ਐਡਾ ਮੂਰਖ ਤਾਂ ਹੁੰਦਾ ਨਹੀਂ ਕਿ ਮੈਂ ਵੀ ਮਰ ਜਾ, ਮੇਰਾ ਪਰਿਵਾਰ, ਮੇਰੇ ਛੋਟੇ ਛੋਟੇ ਪੁੱਤ ਪੋਤੇ ਆ ਉਹ ਮਰ ਜਾਣ। ਔਰ ਉਸ ਤੋਂ ਬਾਅਦ ਜਲੰਧਰ ਦੀ ਜਿਹੜੀ ਮਹਿਲਾ ਹੈਗੀ ਹੈ 74 ਸਾਲਾ ਔਰਤ, ਉਹ 19 ਤਰੀਕ ਨੂੰ ਜਿਹੜਾ ਹੈਗਾ 19 ਮਾਰਚ ਨੂੰ ਸਿਵਲ ਹਸਪੀਟਲ ਜਲੰਧਰ ਜਾਂਦੇ ਆ ਕਿ ਸਾਡੀ ਕੋਈ ਟਰੈਵਲ ਹਿਸਟਰੀ ਨਹੀਂ ਹੈ ਔਰ ਸਾਡੇ ਜਿਹੜੇ ਸਿੰਪਟਮਸ ਆ ਉਹ ਨਜ਼ਰ ਆ ਰਿਹਾ ਕਿ ਸਾਨੂੰ ਸ਼ਾਇਦ ਜਿਹੜਾ ਕਰੋਨਾ ਵਾਇਰਸ ਹੋਇਆ। ਔਰ ਡਾਕਟਰ ਕੀ ਕਹਿੰਦਾ, ਸਿਵਲ ਸਰਜਨ ਜਾਂ SMO, ਕਿ ਅਸੀਂ ਸਿਰਫ ਉਸ ਬੰਦੇ ਦਾ ਹੀ ਕੋਵਿਡ-19 ਦਾ ਟੈਸਟ ਕਰਦੇ ਹਾਂ ਜਿਹਦੀ ਟਰੈਵਲ ਹਿਸਟਰੀ ਹੈ, ਔਰ ਉਹਨਾਂ ਨੂੰ ਰੈਫਰ ਕਰ ਦਿੱਤਾ ਜਾਂਦਾ CMC ਹਸਪੀਟਲ ਕਿ ਤੁਹਾਡੇ ਚੈਸਟ ਇਨਫੈਕਸ਼ਨ ਆ, ਤੁਸੀਂ ਉੱਥੇ ਜਾ ਕੇ ਦਾਖਲ ਹੋ ਜਾਓ। ਔਰ 1 ਮਹੀਨੇ ਬਾਅਦ ਉਸ ਲੇਡੀ ਦਾ 5,87,036 ਰੁਪਏ ਬਿੱਲ ਬਣਿਆ ਹੋਇਆ। ਔਰ ਪਰਸੋਂ ਮੇਰੀ ਰਜੇਸ਼ ਬੱਗਾ ਜਿਹੜੇ SMO ਲੁਧਿਆਣਾ ਨੇ, ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਇਹ ਜਿਹੜਾ ਹੈਗਾ ਬਿੱਲ ਪੇ ਕਰੋ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਤਾਂ ਉਹ ਕਹਿੰਦੇ ਕਿ ਜਿਹੜਾ ਬੰਦਾ ਤਾਂ ਸਾਡੇ ਥਰੂ ਜਾਊਗਾ। ਮੀਨ ਟੂ ਸੇ ਲੈਕ ਆਫ ਕੋਆਰਡੀਨੇਸ਼ਨ। ਔਰ ਸਰਕਾਰ ਦੀ ਪਾਲਿਸੀ ਦੇਖੋ ਕਿ ਤੁਸੀਂ ਹਸਪੀਟਲ ਜਾਣਾ, ਅਗਰ ਤਾਂ ਤੁਸੀਂ ਸਰਕਾਰੀ ਹਸਪਤਾਲ ਦੇ ਡਾਕਟਰ ਤੋਂ ਪਰਚੀ ਕਟਾ ਕੇ ਜਾਂਦੇ ਹੋ ਕਿ ਮੈਂ ਭਾਈ ਪ੍ਰਾਈਵੇਟ ਹਸਪੀਟਲ ਜਾਣਾ, ਤਾਂ ਫਿਰ ਤਾਂ ਤੁਹਾਡਾ ਬਿੱਲ ਸਰਕਾਰ ਬੀਅਰ ਕਰੂਗੀ। ਅਦਰਵਾਈਜ਼ ਜੇ ਤੁਸੀਂ ਸਿੱਧਾ ਪ੍ਰਾਈਵੇਟ ਹਸਪੀਟਲ 'ਚ ਜਾ ਕੇ ਐਡਮਿਟ ਹੁੰਦੇ ਹੋ, ਕਰੋਨਾ ਦਾ ਇਲਾਜ ਕਰਾਉਂਦੇ ਹੋ, ਤਾਂ ਉਹ ਸਾਰਾ ਪੈਸਾ ਜਿਹੜਾ ਹੈਗਾ ਤੁਹਾਨੂੰ ਆਪਣੀ ਜੇਬ 'ਚੋਂ ਭਰਨਾ ਪਊਗਾ। ਤੁਹਾਨੂੰ ਨਹੀਂ ਲੱਗਦਾ ਸਰਕਾਰ ਕੁਤਾਹੀ ਕਰ ਰਹੀ ਹੈ? ਕਿਉਂਕਿ ਜਿਹੜਾ ਵਾਇਰਸ ਹੈ ਕਿਹੜਾ ਕਿਸੇ ਦੀ ਆਪਦੀ ਬੀਜੀ ਹੋਈ ਜਿਹੜੀ ਬਿਮਾਰੀ ਸੀਗੀ ਉਹ ਤਾਂ ਆਈ ਆ, ਇਹ ਤਾਂ ਇੱਕ ਬਾਹਰਲੇ ਮੁਲਕਾਂ ਤੋਂ ਸਾਡੇ ਤੱਕ ਆਇਆ ਵਾਇਰਸ ਸੀਗਾ, ਤੇ ਇਸ ਲਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਸਰਕਾਰ ਦੀ ਕੁਤਾਹੀ ਤੁਸੀਂ ਦੇਖੋ, ਬੜਾ ਅਨਫੋਰਚੂਨੇਟ ਵਾਕਿਆ ਹੋਇਆ ਕਿ ਜਿਹੜੇ ACP ਕੋਹਲੀ ਸਾਹਿਬ ਨਹੀਂ ਰਹੇ ਸਾਡੇ ਵਿੱਚ, ਪਰ ਸਰਕਾਰ ਦੀ ਇੱਥੇ ਵੀ ਜਿਹੜੀ ਦੋਹਰੀ ਨੀਤੀ ਹੈ ਕਿ ਕੋਹਲੀ ਸਾਹਿਬ ਦੇ ਉੱਪਰ ਜਿਹੜੀ ਪਲਾਜ਼ਮਾ ਥੈਰੇਪੀ ਹੈ ਉਹਦਾ ਇਹ ਟੈਸਟ ਕਹਿ ਲਓ ਜਾਂ ਉਹਨਾਂ ਦੀ ਸਿਹਤਯਾਬ ਕਰਨ ਵਾਸਤੇ ਉਹਨਾਂ ਨੂੰ ਪਲਾਜ਼ਮਾ ਥੈਰੇਪੀ ਦੇਣ ਜਾ ਰਹੇ ਸੀ। ਨਾ ਤਾਂ ਉਸ ਤੋਂ ਬਾਅਦ ਸਰਕਾਰ ਨੇ ਅੱਜ ਤੱਕ ਕਿਸੇ ਨੂੰ ਪਲਾਜ਼ਮਾ ਥੈਰੇਪੀ ਦੇਣ ਦੀ ਗੱਲ ਕੀਤੀ ਹੈ, ਨਾ ਉਸ ਤੋਂ ਪਹਿਲਾਂ। ਮੀਨ ਟੂ ਸੇ ਕਿ ਜਦੋਂ ਕੋਈ ਸਾਹਿਬੇ ਹੈਸੀਅਤ ਬੰਦਾ ਇਸ ਦਾ ਸ਼ਿਕਾਰ ਹੁੰਦਾ, ਉਦੋਂ ਸਰਕਾਰ ਦੇ ਜਿਹੜੇ ਪ੍ਰਬੰਧ ਨੇ ਉਹ ਹੋਰ ਤਰ੍ਹਾਂ ਦੇ ਆ। ਜਦੋਂ ਕੋਈ ਆਮ ਵਿਅਕਤੀ ਉਹਨੂੰ ਸਿਵਲ ਹਸਪਤਾਲ 'ਚ ਸੁੱਟ ਦਿੱਤਾ ਜਾਂਦਾ, ਸਾਡੇ ਫਿਰੋਜ਼ਪੁਰ ਸਿਵਲ ਹਸਪੀਟਲ ਤੁਸੀਂ ਜਾ ਕੇ ਦੇਖਿਓ, ਸਪੈਸ਼ਲੀ ਕੋਈ ਵੈਂਟੀਲੇਟਰ ਨਹੀਂ ਹੈ, ਕੋਈ ਉੱਥੇ ਸਾਫ਼ ਸਫਾਈ ਦਾ ਪ੍ਰਬੰਧ ਨਹੀਂ ਹੈ, ਕੋਈ ਪੁਖਤਾ ਇੰਤਜ਼ਾਮ ਨਹੀਂ ਹੈ। ਔਰ 24 ਮਾਰਚ ਨੂੰ ਅਸੀਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਸੀ, ਔਰ ਉਸ ਦਿਨ SMO ਸਾਹਿਬ ਕਹਿੰਦੇ ਕਿ ਸਾਡੇ ਕੋਲ PP ਕਿੱਟਾਂ ਦਾ ਅਸੀਂ ਆਰਡਰ ਭੇਜਿਆ ਹੋਇਆ, ਵੈਂਟੀਲੇਟਰਸ ਦਾ ਅਸੀਂ ਆਰਡਰ ਭੇਜਿਆ ਹੋਇਆ। ਔਰ ਮੀਨ ਟੂ ਸੇ 1 ਮਹੀਨਾ ਬੀਤ ਗਿਆ ਹੱਲੇ ਤੱਕ। ਇਹ ਤਾਂ ਚਲੋ ਉਸ ਖੁਦਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਕਿ ਇੱਥੇ ਇੱਕ ਕੇਸ ਜਿਹੜਾ ਪੋਜ਼ਿਟਿਵ ਆਇਆ ਸੀ, ਉਹ ਵੀ ਨੌਜਵਾਨ ਮੁੰਡਾ ਸੀ ਔਰ ਸਿਹਤਯਾਬ ਆ, ਜਿਹੜਾ ਕੋਹਲੀ ਸਾਹਿਬ ਦੇ ਨਾਲ ਡਰਾਈਵਰ ਸੀ। ਪਰ ਖੁਦਾ ਨਾ ਖਾਸਤਾ ਅਗਰ ਇੱਥੇ ਮਰੀਜ਼ਾਂ ਦੀ ਬਹੁਤਾਤ ਹੋ ਜਾਂਦੀ ਤਾਂ 1 ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਹਲੇ ਤੱਕ ਇਹਨਾਂ ਕੋਲੇ ਕੋਈ ਵੈਂਟੀਲੇਟਰ ਨਹੀਂ ਪਹੁੰਚਿਆ। ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ
ਅਨਾਉਂਸ ਕੀਤਾ ਸੀ ਕਿ ਮੇਰੇ ਐਮਪੀ ਲੈਡ ਦੇ ਕੋਟੇ ਦੇ ਵਿੱਚੋਂ 3 ਵੈਂਟੀਲੇਟਰ ਮੈਂ ਭੇਜਾਂਗਾ, ਪਰ ਕੱਲ 22 ਅਪ੍ਰੈਲ ਸੀਗੀ ਮੇਰੇ ਖਿਆਲ, ਹਾਂ 22 ਤਰੀਕ ਤੱਕ ਹਲੇ ਤੱਕ ਫਿਰੋਜ਼ਪੁਰ 'ਚ ਕੋਈ ਵੈਂਟੀਲੇਟਰ ਜਿਹੜਾ ਹੈਗਾ ਨਹੀਂ ਪਹੁੰਚਿਆ ਸੀ। ਜਿਵੇਂ ਕਿ ਪੰਜਾਬ ਸਰਕਾਰ ਦੇ ਪ੍ਰਬੰਧ ਕੀਤੇ ਸੀ, ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਜਿਹੜੀ ਵੀ ਲੋਕਾਂ ਦੇ ਨਾਲ ਜਿਵੇਂ ਵੀ ਨਿਭਾਇਆ, ਉਹ ਤੋਂ ਚੰਗਾ ਵਿਹਾਰ ਕੀਤਾ ਜਾਂ ਮਾੜਾ ਕੀਤਾ, ਤੁਹਾਨੂੰ ਲੱਗਦਾ ਸਹੀ ਕੀਤਾ ਨਾ? ਇਹ ਦੋ ਪੱਖ ਨੇ ਇਸ ਚੀਜ਼ ਦੇ। ਪਹਿਲਾ ਪੱਖ ਤਾਂ ਇਹ ਆ ਕਿ ਜਿਹੜੀ ਪੁਲਿਸ ਆ ਉਹ ਸਾਡੇ ਵਾਸਤੇ ਹੀ ਹੈ, ਕਿਉਂਕਿ ਉਹਨਾਂ ਦੇ ਵੀ ਪਰਿਵਾਰ ਨੇ, ਪੁਲਿਸ ਵਾਲਿਆਂ ਦੀ ਵੀ ਸਿਹਤ ਔਰ ਜ਼ਿੰਦਗੀ ਦੋਨੋਂ ਹੀ ਸਟੇਕ ਤੇ ਲੱਗੀਆਂ ਹੋਈਆਂ ਇਸ ਬਿਮਾਰੀ ਦੇ ਦਰਮਿਆਨ। ਮਗਰ ਇਹਦਾ ਦੂਸਰਾ ਪੱਖ ਇਹ ਵੀ ਹੈ ਕਿ ਪੰਜਾਬ ਪੁਲਿਸ ਦਾ ਜਿਹੜਾ, ਮੈਂ ਅੱਗੇ ਵੀ ਇੱਕ ਦਿਨ ਗੱਲ ਕਰ ਰਿਹਾ ਸੀ ਕਿਸੇ ਚੈਨਲ ਦੇ ਮਾਰਫਤ, ਕਿ ਇੱਕ ਕਰੈਕਟਰ ਹੁੰਦਾ ਬੇਸਿਕ ਕਿਸੇ ਵੀ ਤੁਸੀਂ ਮਹਿਕਮੇ ਦਾ ਲਾ ਲਓ, ਕਿਸੇ ਵੀ ਜਿਹੜਾ ਤਬਕੇ ਦਾ ਲਾ ਲਓ। ਸੋ ਪੰਜਾਬ ਪੁਲਿਸ ਹੱਲੇ ਵੀ ਆਪਦੇ ਆਪ ਨੂੰ ਜਿਹੜਾ 90 ਦੇ ਦਹਾਕੇ 'ਚੋਂ ਕੱਢਣ ਦੇ ਵਿੱਚ ਕਾਮਯਾਬ ਨਹੀਂ ਹੋਈ, ਜਦ ਕਿ ਪੰਜਾਬ ਪੁਲਿਸ ਦਾ ਅਕਸ ਜਿਹੜਾ ਇਸ ਸਾਰੇ ਸਮੇਂ ਦੇ ਦਰਮਿਆਨ ਬਹੁਤ ਜ਼ਿਆਦਾ ਸੁਧਰ ਕੇ ਵੀ ਸਾਹਮਣੇ ਆ ਰਿਹਾ ਸੀ। ਪਰ ਪਟਿਆਲਾ ਦੇ ਵਿੱਚ ਘਟਨਾਵਾਂ ਵਾਪਰੀਆਂ, ਨਵੇਂ ਸ਼ਹਿਰ ਦੇ ਵਿੱਚ ਘਟਨਾਵਾਂ ਵਾਪਰੀਆਂ, ਸਾਡੇ ਇੱਥੇ ਬਠਿੰਡਾ ਦੇ ਵਿੱਚ, ਮਲੋਟ ਦੇ ਵਿੱਚ ਇਸ ਕਿਸਮ ਦੇ ਇਨਸੀਡੈਂਟ ਜਿਹੜੇ ਸਾਹਮਣੇ ਆਏ ਕਿ ਜਿਹਦੇ ਨਾਲ ਪੁਲਿਸ ਦਾ ਜਿਹੜਾ ਅਕਸ ਆ ਉਹਨੂੰ ਫਿਰ ਢਾਹ ਲੱਗੀ ਆ, ਜਦ ਕਿ ਉਹਨਾਂ ਦੀ ਜਿਹੜੀ ਡਿਊਟੀ ਆ, ਜਿਹੜਾ ਉਹ ਕੰਮ ਕੀਤਾ, ਉਹ ਬਹੁਤ ਕਾਬਲੇ ਤਾਰੀਫ ਆ। ਪੁਲਿਸ ਨੇ ਬਹੁਤ ਸਾਰੀ ਲੋਕਾਂ ਦੀ ਸੇਵਾ ਵੀ ਕੀਤੀ, ਜਦ ਕਿ ਪੁਲਿਸ ਦਾ ਕੰਮ ਕੀ ਹੈ, ਜਸਟ ਟੂ ਮੇਨਟੇਨ ਲਾਅ ਐਂਡ ਆਰਡਰ। ਪਰ ਉਹਨਾਂ ਨੇ ਆਪਦੀ ਉਸ ਜੁਰਿਸਡਿਕਸ਼ਨ ਤੋਂ ਬਾਹਰ ਜਾ ਕੇ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ, ਔਰ ਬਹੁਤ ਸਾਰੇ ਇਹੋ ਜਿਹੇ ਅਫਸਰ ਵੀ ਹੈਗੇ ਜਿਨ੍ਹਾਂ ਨੇ ਆਪਣੀ ਜੇਬ 'ਚੋਂ ਵੀ ਪੈਸਾ ਖਰਚਿਆ ਹੈਗਾ। ਪਰ ਉਹਦੇ ਨਾਲ ਹੁਣ ਵਾੜਾ ਭਾਈ ਕਾ ਸੀਲ ਕੀਤਾ ਹੋਇਆ ਕੱਲ੍ਹ ਦੀ ਵੀਡੀਓ ਵਾਇਰਲ ਹੋ ਰਹੀ ਆ ਕਿ ਉੱਥੇ ਲੋਕਾਂ ਦਾ ਜਿਹੜਾ ਟਕਰਾਅ ਆ, ਤਕਰਾਰ ਪੰਜਾਬ ਪੁਲਿਸ ਦੇ ਨਾਲ, ਮਤਲਬ ਹਰ ਮੁਹਾਜ਼ 'ਤੇ ਹੋ ਰਿਹਾ। ਖੈਰ ਉਹਦੇ 'ਚ ਕਿਤੇ ਨਾ ਕਿਤੇ ਲੋਕ ਵੀ ਪੈਨਿਕ ਕਰ ਜਾਂਦੇ ਆ, ਪਰ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਵੀ ਚਾਹੀਦਾ ਕਿ ਆਪਦੇ ਜਿਹੜੇ ਮੁਲਾਜ਼ਮ ਆ, ਮਤਾਹਤ ਆ, ਉਹਨਾਂ ਨੂੰ ਥੋੜ੍ਹਾ ਜਿਹਾ ਸਮਝਾ ਕੇ ਰੱਖਣ ਕਿ ਲੋਕਾਂ ਦੇ ਨਾਲ ਨਰਮੀ ਨਾਲ ਪੇਸ਼ ਆਉਣ। ਜਿਵੇਂ ਤੁਸੀਂ ਗੱਲ ਕੀਤੀ ਕਿ ਪੰਜਾਬ ਪੁਲਿਸ ਦੇ ਦੋ ਪੱਖ ਸੀਗੇ, ਪਰ ਜਦੋਂ ਨਸ਼ਾ ਤੇ ਵੀ ਇਸ ਤਰ੍ਹਾਂ ਕੰਟਰੋਲ ਹੋ ਸਕਦਾ ਸੀਗਾ ਜੇਕਰ ਉਹ ਤਨਦੇਹੀ ਨਾਲ ਡਿਊਟੀ ਕਰਦੇ ਤਾਂ? ਡਰੱਗਸ ਤੇ ਸਾਹਿਬ ਦੇਖੋ, ਇੰਨੀ ਬੁਰੀ ਹਾਲਾਤ ਆ ਕਿ 2 ਸਾਲ ਬੀਤ ਗਏ ਮੇਰੇ ਖਿਆਲ, 30 ਜੂਨ 2017 ਤੋਂ ਲੈ ਕੇ 7 ਜੁਲਾਈ 2017 ਤੱਕ 8 ਦਿਨ ਲਗਾਤਾਰ ਅਸੀਂ ਪੈਦਲ ਮਾਰਚ ਅਸੀਂ ਤੁਰ ਕੇ ਹੁਸੈਨੀ ਵਾਲੇ ਤੋਂ ਸ਼ਹੀਦ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ ਹੋਣਾ ਦੇ ਜਿਹੜਾ ਸਮਾਧੀ ਸਥਲ ਆ, ਔਰ ਸਾਰਾਗੜ੍ਹੀ ਸਾਹਿਬ ਗੁਰਦੁਆਰਾ ਸਾਡੇ ਫਿਰੋਜ਼ਪੁਰ, ਉੱਥੋਂ ਅਸੀਂ ਅਰਦਾਸ ਕਰਕੇ ਚੱਲੇ ਸੀ, ਔਰ 7 ਦਿਨ 'ਚ ਚੰਡੀਗੜ੍ਹ ਪਹੁੰਚੇ CM ਹਾਊਸ, ਔਰ ਸਾਨੂੰ ਮੋਹਾਲੀ ਰੋਕ ਲਿਆ ਗਿਆ ਉੱਥੇ ਬੈਰੀਕੇਡਿੰਗ ਕਰਕੇ। ਔਰ ਉਹਨਾਂ 7 ਦਿਨਾਂ ਦੇ ਦਰਮਿਆਨ ਅਸੀਂ ਪੂਰੇ ਪੰਜਾਬ ਦਾ ਤੁਸੀਂ ਕਹਿ ਲਓ ਭ੍ਰਮਣ ਕੀਤਾ, ਜਿਹੜੇ ਲਗਭਗ 4-5 ਡਿਸਟ੍ਰਿਕਟਸ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਮੋਹਾਲੀ ਥਾਣੀ ਹੁੰਦੇ ਹੋਏ ਅਸੀਂ ਉੱਥੇ ਪਹੁੰਚੇ। ਔਰ 2 ਸਾਲ ਬੀਤ ਜਾਣ ਦੇ ਬਾਵਜੂਦ ਹੱਲੇ ਵੀ ਹਾਲਾਤ ਜਿਉਂ ਦੇ ਤਿਉਂ ਨੇ। ਇੱਥੋਂ ਤੁਸੀਂ ਮੇਰੇ ਪਿੰਡ ਤੋਂ ਸ਼ੁਰੂ ਹੋ ਜਾਓ ਔਰ ਸਮੁੱਚੇ ਪੰਜਾਬ ਦੇ ਵਿੱਚ ਤੁਸੀਂ ਦੇਖੋ, ਚਿੱਟਾ ਜਿਹੜਾ ਹੈਗਾ ਅੱਜ ਦੀ ਡੇਟ 'ਚ ਵੀ ਉਵੇਂ ਹੀ ਵਿਕ ਰਿਹਾ ਵਾ। ਔਰ 3 ਇਨਸੀਡੈਂਟ ਇਸ ਤਰ੍ਹਾਂ ਦੇ ਵਾਪਰੇ ਆ, 2 ਪੁਲਿਸ ਮੁਲਾਜ਼ਮ, ਉਹਦੇ ਵਿੱਚ ਇੱਕ ਗੌਂਸਲ ਪਿੰਡ ਹੈਗਾ ਮੇਰੇ ਖਿਆਲ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇ ਨਾਲ, ਪੁਲਿਸ ਮੁਲਾਜ਼ਮ ਦੀ ਜੇਬ 'ਚੋਂ ਚਿੱਟਾ ਤਾਂ ਬਰਾਮਦ ਨਹੀਂ ਹੋਇਆ, ਪਰ ਉਹਦੇ ਕੋਲੋਂ ਸਿਰਿੰਜ ਜਿਹੜੀ ਹੈਗੀ ਹੈ, ਨੀਡਲ, ਉਹਨਾਂ ਨੇ ਬਰਾਮਦ ਕਰ ਲਈ। ਔਰ 2 ਮੁੰਡੇ ਮੌਕੇ 'ਤੇ ਉਹਨਾਂ ਨੇ ਕਿਹਾ ਵੀ ਇਹ 30,000 ਰੁਪਏ ਦਾ ਇੰਨਾ ਸੀਗਾ ਮੇਰੇ ਖਿਆਲ, ਕੋਈ ਵੱਧ ਤੋਂ ਵੱਧ 2-4 ਗ੍ਰਾਮ ਹੋਊਗਾ, ਉਹਨਾਂ ਦੋਵਾਂ 'ਤੇ ਪਰਚਾ ਦੇ ਕੇ ਅੰਦਰ ਕਰ ਦਿੱਤਾ ਗਿਆ ਉਹਨਾਂ ਨੂੰ। ਔਰ ਸਮੁੱਚੇ ਪੰਜਾਬ ਦੇ ਵਿੱਚ ਤੁਸੀਂ ਅਗਰ ਪਿੰਡਾਂ ਦੇ ਵਿੱਚ ਡੀਪਲੀ ਜਾ ਕੇ ਅਨਾਲਿਸਿਸ ਕਰੋ, ਰਿਸਰਚ ਕਰੋ, ਤਾਂ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਕਿ ਹੱਲੇ ਵੀ ਜਿਹੜਾ ਨਸ਼ੇ ਦਾ ਪ੍ਰਚਲਨ ਹੈ ਉਹ ਉਸੇ ਤਰ੍ਹਾਂ ਹੀ ਜਾਰੀ ਆ। ਔਰ ਅਗਰ ਸਰਕਾਰ ਇਸ ਤਰ੍ਹਾਂ ਨਾਲ ਬਿਲਕੁਲ ਲਾਕਡਾਊਨ ਕਰਕੇ ਬਿਲਕੁਲ ਸਾਰੇ ਪ੍ਰਬੰਧ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਦੇਸੀ ਭਾਸ਼ਾ ਦੇ ਵਿੱਚ ਵੀ, ਇੰਨੀ ਚੂੜੀ ਕੱਸੀ ਹੋਈ ਹੈ ਕਿ ਬੰਦਾ ਆਪਣੇ ਘਰ 'ਚੋਂ ਬਾਹਰ ਵੀ ਨਹੀਂ ਨਿਕਲ ਸਕਦਾ। ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਵੀ ਸਮਾਜਿਕ ਤੌਰ 'ਤੇ ਵਰਕ ਕੀਤਾ, ਨਸ਼ਿਆਂ ਦੇ ਖਿਲਾਫ ਇੱਕ ਮਾਰਚ ਕੱਢਿਆ, ਨਤੀਜੇ ਕੀ ਨਿਕਲੇ? ਉਹਦੇ ਖੈਰ ਨਤੀਜੇ ਸਾਨੂੰ ਆਪਦੇ ਇਲਾਕੇ 'ਚ ਤਾਂ ਬਹੁਤ ਅੱਛੇ ਮਿਲੇ, ਪਰ ਪ੍ਰੋਬਲਮ ਇਹ ਆ ਕਿ ਜਦੋਂ ਕੁੱਤੀ ਚੋਰਾਂ ਨਾਲ ਰਲ ਜੇ ਤਾਂ ਉਦੋਂ ਮੁਸ਼ਕਲ ਕਾਫੀ ਹੋ ਜਾਂਦੀ ਹੈ। ਸਾਡੇ ਇੱਥੇ ਲੋਕਲ 1-2 ਅਫਸਰਾਂ ਨੂੰ ਛੱਡ ਕੇ ਬਾਕੀ ਜਿਹੜੇ ਹੇਠਲੇ ਲੈਵਲ ਦੇ ਮੁਲਾਜ਼ਮ ਸੀਗੇ, ਜਿਨ੍ਹਾਂ ਦਾ ਡਾਇਰੈਕਟ ਰਾਬਤਾ ਹੁੰਦਾ ਲੋਕਾਂ ਦੇ ਨਾਲ ਜਾਂ ਨਸ਼ਾ ਤਸਕਰਾਂ ਦੇ ਨਾਲ, ਜਿਨ੍ਹਾਂ ਨੇ ਕਨਫਰੰਟ ਕਰਨਾ ਵਾ, ਉਹਨਾਂ ਨੇ ਸਾਡੇ ਸਾਰੀ ਟੀਮ ਦੇ ਵਿੱਚੋਂ ਲੋਕਾਂ ਨੂੰ ਪਹਿਲਾਂ ਸਾਨੂੰ ਅਪਰੋਚ ਕੀਤਾ ਜਦੋਂ ਉਹਨਾਂ ਨੂੰ ਲੱਗਿਆ ਕਿ ਨਹੀਂ ਇਹ ਬੰਦੇ ਸਾਡੇ ਕਲਾਵੇ 'ਚ ਨਹੀਂ ਆ ਰਹੇ ਜਾਂ ਸਾਡੇ ਨਾਲ ਕੰਪਰੋਮਾਈਜ਼ ਨਹੀਂ ਕਰ ਰਹੇ, ਤਾਂ ਸਾਡੀ ਟੀਮ ਦੇ ਕੁਝ ਕੁ ਮੈਂਬਰਾਂ ਨੂੰ ਉਹਨਾਂ ਨੇ ਜਿਹੜਾ ਹੈਗਾ ਉਲਝਾਉਣ ਦੀ ਕੋਸ਼ਿਸ਼ ਕੀਤੀ। ਸਾਡੇ 1-2 ਬੰਦਿਆਂ ਦੇ ਉੱਪਰ ਫਿਜ਼ੀਕਲ ਅਸੌਲਟ ਉਹਨਾਂ ਨੇ ਕੀਤਾ। ਪਰ ਸਾਡੇ ਆਪਦੇ ਪਿੰਡ ਜਾਂ ਮੇਰੇ ਨੇੜੇ ਦੇ ਘੱਟੋ ਘੱਟ 8-10 ਪਿੰਡਾਂ ਦੇ ਵਿੱਚ ਉਸ ਗੱਲ ਦਾ ਬਹੁਤ ਪੋਜ਼ਿਟਿਵ ਪ੍ਰਭਾਵ ਗਿਆ। ਔਰ ਉਹਦਾ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿ ਇੱਕ ਐਗਜ਼ਾਮਪਲ ਸੈੱਟ ਹੋ ਜਾਂਦੀ ਹੈ। ਅੱਜ ਦੀ ਡੇਟ ਦੇ ਵਿੱਚ ਵੀ ਅਗਰ ਕੋਈ ਇਸ ਤਰ੍ਹਾਂ ਦੀ ਦੁਰਘਟਨਾ ਵਾਪਰਦੀ ਹੈ ਜਾਂ ਕੋਈ ਵਿਅਕਤੀ ਨਸ਼ੇ ਦਾ ਆਦੀ ਜਾਂ ਕੋਈ ਨਸ਼ਾ ਵੇਚਣ ਵਾਲਾ ਆਉਂਦਾ, ਤਾਂ ਸਾਡੀ ਟੀਮ ਨੂੰ ਘੱਟੋ ਘੱਟ ਇਨਫੋਰਮ ਜ਼ਰੂਰ ਕਰਦੇ ਆ। ਮਤਲਬ ਇੱਕ ਅਸੀਂ ਆਸ ਦੀ ਕਿਰਨ ਜਿਹੜੀ ਹੈਗੀ ਆ ਉਹ ਲੋਕਾਂ ਦੇ ਸਾਹਮਣੇ ਪੈਦਾ ਕੀਤੀ ਕਿ ਹੱਲੇ ਪੰਜਾਬ ਦੇ ਵਿੱਚ ਪੰਜਾਬ ਵਾਸਤੇ ਲੜਨ ਵਾਲੇ ਲੋਕਾਂ ਦਾ ਬੀਨਾਸ਼ ਨਹੀਂ ਹੋਇਆ, ਕਿਤੇ ਨਾ ਕਿਤੇ ਜਿਹੜੇ ਪੰਜਾਬ ਦਰਦੀ ਲੋਕ ਉਹ ਬੈਠੇ ਆ।
ਜਿਵੇਂ ਤੁਸੀਂ ਗੱਲ ਕੀਤੀ ਕਿ ਉਹਦਾ ਜਿਹੜਾ ਅਸਰ ਜਿਹੜਾ ਤੁਹਾਡੇ 10 ਪਿੰਡਾਂ 'ਚ ਵੇਖਣ ਨੂੰ ਮਿਲਿਆ, ਪਰ ਮੁੱਖ ਮੰਤਰੀ ਸਾਹਿਬ ਜਦੋਂ ਸਰਕਾਰ ਇਹਨਾਂ ਦੀ ਬਣੀ ਸੀ ਉਹਨਾਂ ਕਿਹਾ ਸੀ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿਆਂਗੇ, ਪਰ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਹੁਣ ਵਾਇਰਸ ਚੱਲਿਆ, ਹੁਣ ਕਹਿੰਦੇ ਸ਼ਰਾਬ ਤੋਂ ਸਾਨੂੰ ਘਾਟਾ ਹੀ ਬੜਾ ਪੈ ਰਿਹਾ। ਸ਼ਰਾਬ ਸਬਜ਼ੀਆਂ ਨੂੰ ਜੇਕਰ ਖੁੱਲ੍ਹ ਮਿਲ ਸਕਦੀ ਹੈ, ਸ਼ਰਾਬ ਨੂੰ ਕਿਉਂ ਨਹੀਂ? ਸ਼ਰਾਬ ਤਾਂ ਸੀਲਡ ਹੁੰਦੀ ਹੈ। ਉਹ ਬੜਾ ਮਤਲਬ ਅਫਸੋਸਨਾਕ ਬਿਆਨ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ। ਅਗਰ ਗੁਜਰਾਤ ਦੇ ਵਿੱਚ ਸ਼ਰਾਬ ਨਹੀਂ ਵਿਕਦੀ ਤੇ ਗੁਜਰਾਤ ਸਟੇਟ ਕੋਈ ਭੁੱਖੀ ਥੋੜ੍ਹਾ ਮਰ ਗਈ ਹੈ। ਹਰਿਆਣੇ ਦੇ ਵਿੱਚ ਮੇਰੇ ਖਿਆਲ ਜੇ ਮੈਂ ਗਲਤ ਨਹੀਂ ਤਾਂ ਸ਼ਾਇਦ ਮੁੱਖ ਮੰਤਰੀ ਚੌਧਰੀ ਬੰਸੀ ਲਾਲ ਜੀ ਨੇ ਸ਼ਰਾਬਬੰਦੀ ਕੀਤੀ ਸੀ। ਔਰ ਅਲਟਰਨੇਟਿਵ ਜਿਹੜੇ ਇਹ ਸਰਕਾਰ ਦੀ ਡਿਊਟੀ ਹੈ ਨਾ, ਅਗਰ ਤੁਸੀਂ ਇਕੋਨਮੀ ਨੂੰ ਅਪਲਿਫਟ ਕਰਨਾ, ਅਗਰ ਤੁਸੀਂ ਮਾਲੀਆ ਗਰਾਉਣਾ ਵਾ, ਅਗਰ ਤੁਸੀਂ ਆਪਦੇ ਜਿਹੜੇ ਤੁਹਾਡੇ ਰਿਸੋਰਸਿਸ ਆ ਉਹਨਾਂ ਨੂੰ ਵਧਾਉਣਾ, ਤਾਂ ਉਹ ਤੁਹਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ। ਜਦੋਂ ਤੁਸੀਂ ਸਰਕਾਰ 'ਚ ਆਉਣਾ ਸੀ, ਉਦੋਂ ਜਦੋਂ ਤੁਸੀਂ ਵਾਅਦੇ ਕੀਤੇ ਸੀ ਕਿ ਮੈਨੀਫੈਸਟੋ ਦੇ ਵਿੱਚ, ਉਦੋਂ ਵੀ ਤੁਹਾਨੂੰ ਪਤਾ ਸੀ ਕਿ ਸਾਡਾ ਜਿਹੜਾ 100 ਕਰੋੜ ਰੁਪਈਆ ਸਾਨੂੰ ਮੋਬਾਈਲ ਫੋਨ ਦੇਣ ਵਾਸਤੇ ਚਾਹੀਦਾ, ਅਗਰ ਅਸੀਂ ਟਾਸਕ ਫੋਰਸ ਬਣਾਉਣੀ ਆ ਉਹਦੇ ਵਾਸਤੇ ਸਾਨੂੰ ਬਾਕਾਇਦਾ ਜਿਹੜੇ ਹੈਗੇ ਆ ਪੁਖਤਾ ਇੰਤਜ਼ਾਮਾਤ ਕਰਨੇ ਪੈਣਗੇ। ਅਗਰ ਅਸੀਂ ਜਿਹੜਾ TADA ਦੇਣਾ, ਸਾਡਾ ਫਾਈਨੈਂਸ ਕਮਿਸ਼ਨ ਨੇ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ, ਉਹਦੇ ਤਹਿਤ ਸਾਨੂੰ ਫੰਡਸ ਦੀ ਲੋੜ ਆ। ਔਰ ਅੱਜ ਸਿਰਫ ਇਸੇ ਗੱਲ ਦਾ ਹਵਾਲਾ ਦੇ ਕੇ, ਇਸੇ ਗੱਲ ਦਾ ਰੋਣਾ ਰੋ ਕੇ ਕਿ ਸਾਨੂੰ ਜੀ ਡੇਲੀ ਜਿਹੜਾ ਹੈਗਾ 100 ਕਰੋੜਾਂ ਦਾ ਘਾਟਾ ਪੈ ਰਿਹਾ, ਇਸ ਕਰਕੇ ਸ਼ਰਾਬ ਦੀ ਖੁੱਲ੍ਹ ਦੇ ਦੇਣੀ ਚਾਹੀਦੀ ਆ। ਅਗਰ ਤੁਸੀਂ ਸਪੋਜ਼ ਕਰੋ ਸ਼ਰਾਬ ਦੀ ਖੁੱਲ੍ਹ ਦੇ ਦਿੰਦੇ ਆ ਤਾਂ ਤੁਹਾਡੇ ਲੋਕਡਾਊਨ ਦੀ, ਤੁਹਾਡੇ ਕਰਫਿਊ ਦੀ ਕੀ ਸੈਂਸ ਰਹੂਗੀ? ਕਿ ਜਾਂ ਫਿਰ ਸ਼ਰਾਬ ਦੀ ਜਿਹੜੀ ਹੋਮ ਡਿਲੀਵਰੀ ਆ ਉਹ ਘਰਾਂ 'ਚ ਕਰੋਗੇ? ਕਿੱਡੇ ਕੁ ਅਸੀਂ ਫੱਬਾਂਗੇ? ਪੰਜਾਬ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਮੰਨੀ ਜਾਂਦੀ ਹੈ ਕਿ ਘਰਾਂ ਦੇ ਵਿੱਚ ਤੁਸੀਂ ਜਿਹੜੀ ਹੈਗੀ ਆ ਦਾਰੂ ਦੀ, ਸ਼ਰਾਬ ਦੀ ਫਿਰ ਹੋਮ ਡਿਲੀਵਰੀ ਹੋਊਗੀ। ਅਗਰ ਨਹੀਂ ਤਾਂ ਫਿਰ ਸੈਕੰਡ ਅਲਟਰਨੇਟਿਵ ਕੀ ਹੈ ਕਿ ਹਰ ਬੰਦਾ ਘਰੋਂ ਮੋਟਰਸਾਈਕਲ, ਕਾਰ, ਸਾਈਕਲ ਚੱਕੂਗਾ ਔਰ ਜਿਹੜਾ ਉਹਨੂੰ ਰਾਹ 'ਚ ਪੁਲਿਸ ਮੁਲਾਜ਼ਮ ਰੋਕੂਗਾ ਉਹਨੂੰ ਕਹੂਗਾ ਕਿ ਮੈਂ ਠੇਕੇ ਤੋਂ ਕੋਈ ਪਊਆ ਉਹ ਅਧੀਆ ਲੈਣ ਜਾ ਰਿਹਾ। ਸੋ ਆਲ ਦਾ ਥਿੰਗਸ ਆਰ ਕੰਟਰਾਡਿਕਟਰੀ। ਦੂਸਰੇ ਪਾਸੇ ਦੇਖੀਏ ਤੇ ਕਿਸਾਨ ਇਸ ਚੀਜ਼ ਤੋਂ ਬੜੇ ਚਿੰਤਕ ਹੈ। ਮੁੱਖ ਮੰਤਰੀ ਸਾਹਿਬ ਦਾ ਜਿੱਥੇ ਬਿਆਨ ਆਉਣਾ ਚਾਹੀਦਾ ਸੀ ਕਿ ਝੋਨੇ ਦੀ ਲੇਬਰ ਦਾ ਕਿੱਥੋਂ ਪ੍ਰਬੰਧ ਹੋਊਗਾ, ਜਾਂ ਮਸ਼ੀਨਾਂ ਮੁਹੱਈਆ ਕਰੀਆਂ ਜਾਣਗੀਆਂ, ਜਾਂ ਨਰਮਾ ਬੀਜਿਆ ਜਾਊ, ਜਾਂ ਇਦਾਂ ਦੀਆਂ ਹਦਾਇਤਾਂ ਦੇਣੀਆਂ ਚਾਹੀਦੀਆਂ, ਉਹ ਦਿੱਤੀਆਂ ਨਹੀਂ। ਸ਼ਰਾਬ ਦੀ ਹਦਾਇਤ ਦਿੱਤੀ। ਉਹ ਖੈਰ ਉਹਨਾਂ ਦਾ ਲੌਜਿਕ ਜਾਂ ਉਹਨਾਂ ਦਾ ਆਪਦਾ ਤਰਕ ਤਾਂ ਇਹੀ ਹੈ ਨਾ ਕਿ ਸਾਨੂੰ ਮਾਲੀਏ 'ਚ, ਸਾਨੂੰ ਇਨਕਮ 'ਚ ਸਾਡਾ ਡੇਲੀ ਦਾ ਜਿਹੜਾ ਹੈਗਾ ਘਾਟਾ ਪੈ ਰਿਹਾ ਸਾਡਾ। ਬਿਲਕੁਲ ਹੀ ਇਹਦਾ ਮਤਲਬ ਹੈ ਵੀ ਕਿਸਾਨਾਂ ਪ੍ਰਤੀ ਚਿੰਤਕ ਨਹੀਂ। ਇਹਦਾ ਜਵਾਬ ਤਾਂ ਮੁੱਖ ਮੰਤਰੀ ਸਾਹਿਬ ਹੀ ਦੇ ਸਕਦੇ ਹੋ, ਚਿੰਤਤ ਹੈ ਜਾਂ ਨਹੀਂ। ਪਰ ਉਹਨਾਂ ਨੇ ਦੇਖੋ ਆਪਦੇ ਵੱਲੋਂ ਤਾਂ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਬੜੇ ਪੁਖਤਾ ਪ੍ਰਬੰਧ ਕੀਤੇ। ਖੈਰ ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ ਵੀ ਹੈ ਕਿ ਕਣਕ ਦੀ ਜਿਹੜੀ ਲਿਫਟਿੰਗ ਆ ਉਹ ਠੀਕ ਹੋ ਰਹੀ ਹੈ, ਬਟ ਦੈਟ ਇਜ਼ ਰਿਸਟ੍ਰਿਕਟਡ ਅਪ ਟੂ 30 to 40%। ਰੈਸਟ ਆਫ ਜਿਹੜਾ 60-70% ਪੰਜਾਬ ਹੈਗਾ ਉੱਥੇ ਬਹੁਤ ਜ਼ਿਆਦਾ ਮੁਸ਼ਕਲ ਹੈ। ਕਿਉਂਕਿ ਪਹਿਲਾਂ ਤਾਂ ਇਹ ਕਹਿੰਦੇ ਸੀਗੇ ਕਿ ਅਸੀਂ ਜੀ 25 ਤੋਂ 30 ਕੁਇੰਟਲ ਜਿਹੜਾ ਹੈਗਾ ਡੇਲੀ ਇੱਕ ਆੜ੍ਹਤੀ ਤੋਂ ਮਾਲ ਖਰੀਦਣਾ। ਸੋ ਮੀਨ ਟੂ ਸੇ ਕਿ 25 ਤੋਂ 30 ਕੁਇੰਟਲ ਤੋਂ ਭਾਵ ਹੋ ਗਿਆ ਵੀ ਕਿੱਲੇ ਸਵਾ ਕਿੱਲੇ ਦੇ, ਜੇ 50 ਮਣ ਕਣਕ ਦਾ ਝਾੜ ਆ ਤਾਂ 20 ਕੁਇੰਟਲ ਹੋ ਗਿਆ ਆਲਮੋਸਟ। ਮੀਨ ਟੂ ਸੇ 1 ਕਿੱਲੇ ਦੀ ਕਣਕ ਜਿਹੜੀ ਹੈਗੀ ਇੱਕ ਆੜ੍ਹਤੀ ਇੱਕ ਦਿਨ 'ਚ ਖਰੀਦੂਗਾ। ਔਰ ਅਗਰ ਇੱਕ ਮਤਲਬ ਪਿੰਡ ਦਾ ਰਕਬਾ 500 ਏਕੜ ਆ ਤਾਂ ਫਿਰ 500 ਦਿਨ ਤੁਸੀਂ ਲਾ ਲਓ ਵੀ 1.5 ਸਾਲ ਤਾਂ ਕਣਕ ਦੀ ਖਰੀਦ ਹੀ ਹੁੰਦੀ ਰਹੂਗੀ। ਇੱਕ ਪਿੰਡ ਤੇ ਇੰਨਾ ਟਾਈਮ ਲੰਘ ਜੂਗਾ ਤੇ ਉਹਨਾਂ ਕੋਲ ਤਾਂ ਬੜਾ ਰਕਬਾ ਹੁੰਦਾ। ਔਰ ਹੁਣ ਵੀ ਦੇਖੋ ਨਾ, ਇਹਨਾਂ ਨੇ ਕਿਹਾ ਕਿ ਘੱਟੋ ਘੱਟ 5 ਜੁਲਾਈ ਤੱਕ ਮੰਡੀਆਂ 'ਚ ਲਾਓ। ਸੋ ਇਟਸ ਵੈਰੀ ਡਿਫੀਕਲਟ। ਤੁਸੀਂ ਜਿੱਥੇ ਬਹਿ ਕੇ ਪਾਲਿਸੀ ਮੇਕਿੰਗ ਕਰਦੇ ਹੋ, ਆਪਾਂ ਇੱਥੇ ਬੈਠੇ ਹਾਂ ਕਮਰੇ ਦੇ ਵਿੱਚ, ਪੱਖਾ ਚੱਲ ਰਿਹਾ, AC ਚੱਲ ਰਿਹਾ, ਔਰ ਸੋਹਣੇ ਤਿਆਰ ਸ਼ਿਆਰ ਹੋ ਕੇ ਇੱਥੇ ਆਪਾਂ ਸਾਰਾ ਕੁਝ ਲੀਕ ਲਿਆ ਕਾਗਜ਼ ਤੇ। ਕਾਗਜ਼ ਤੇ ਚੀਜ਼ ਉਹ ਲਿਖਣ 'ਚ ਔਰ ਗਰਾਊਂਡ ਦੇ ਵਿੱਚ ਜਿੱਥੇ ਚੀਜ਼ਾਂ ਵਾਪਰਦੀਆਂ ਉਹਨਾਂ ਦੋਨਾਂ ਦੇ ਵਿੱਚ ਬਹੁਤ ਫਰਕ ਆ। DC ਸੰਗਰੂਰ ਨੇ ਇੱਕ ਚਿੱਠੀ ਜਾਰੀ ਕੀਤੀ ਕਿ ਫਲਾਂ ਤੋਂ ਫਲਾਂ ਤਰੀਕ ਤੱਕ ਅਸੀਂ ਜਿਹੜਾ ਹੈਗਾ ਜੀ ਤੂੜੀ ਜਿਹੜੀਆਂ ਕਣਕ ਵੱਢਣ ਵਾਲੀਆਂ ਹਾਰਵੈਸਟਿੰਗ ਮਸ਼ੀਨਾਂ ਚੱਲਣਗੀਆਂ, ਔਰ ਉਸ ਤੋਂ 1 ਹਫ਼ਤੇ ਬਾਅਦ ਜਿਹੜਾ ਹੈਗਾ ਫਲਾਂ ਤੋਂ ਫਲਾਂ ਤਰੀਕ ਤੱਕ ਜਿਹੜੇ ਸਟ੍ਰੋ ਰੀਪਰ ਚੱਲਣਗੇ। ਜਦ ਕਿ ਚਾਹੀਦਾ ਤਾਂ ਇਹ ਸੀ ਕਿ ਜਿਹੜਾ ਭਾਈ ਵਿਅਕਤੀ ਆਪਦੀ ਕਣਕ ਵੱਢਦਾ ਨਾਲ ਦੀ ਨਾਲ ਜਿੰਨੀ ਛੇਤੀ ਆਪਦੀ ਤੂੜੀ ਬਣਾ ਸਕਦਾ ਤੂੜੀ ਬਣਾਵੇ, ਔਰ ਆਪਦੇ ਪਰਿਵਾਰ ਨੂੰ ਵੀ ਸੇਫ ਰੱਖੇ, ਔਰ ਆਪ ਵੀ ਆਪਦਾ ਜਿਹੜਾ ਹੈਗਾ ਸਾਰਾ ਐਗਰੀਕਲਚਰ ਇਕਵਿਪਮੈਂਟ ਉਹਨੂੰ ਘਰਾਂ ਦੇ ਵਿੱਚ ਡੱਕੇ। ਮਤਲਬ ਜਿਹੜੇ ਇਹਨਾਂ ਦੇ ਅਫਸਰ ਨੇ ਜਾਂ ਪਤਾ ਨਹੀਂ ਉੱਥੇ ਕਿਹੋ ਜਿਹੇ ਸਲਾਹਕਾਰ ਆ ਜਿਹੜੇ ਜਾਂ ਤਾਂ ਗਰਾਊਂਡ ਲੈਵਲ ਤੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਤੂੜੀ ਬਣਾਉਣ ਦੇ ਵਿੱਚ, ਝੋਨਾ ਲਾਉਣ ਦੇ ਵਿੱਚ, ਪਨੀਰੀ ਬੀਜਣ ਦੇ ਵਿੱਚ ਕੀ ਫਰਕ ਹੈ। ਹੁਣ ਅਗਰ ਹੁਣ ਪਨੀਰੀ ਬੀਜਣਗੇ ਤਾਂ 20-25 ਦਿਨ ਬਾਅਦ, ਮਹੀਨੇ ਬਾਅਦ ਜਾ ਕੇ ਝੋਨੇ ਦੀ ਜਿਹੜੀ ਲਵਾਈ ਸ਼ੁਰੂ ਹੋਣੀ ਹੈ। ਔਰ ਜੇ ਜਿਹੜਾ ਲੇਬਰ ਦਾ ਐਟੀਟਿਊਡ ਆ ਇਸ ਟਾਈਮ ਘੱਟੋ ਘੱਟ 4500-5000 ਰੁਪਈਆ, ਇਹਨੂੰ ਮੈਂ ਮਿਨੀਮਮ ਮੰਨ ਕੇ ਚੱਲ ਰਿਹਾ। ਹੋ ਸਕਦਾ ਇਸ ਤੋਂ ਵੀ ਵੱਧ ਜੇ ਅਗਰ ਸਰਕਾਰ ਨੇ ਕੋਈ ਸਖਤੀ ਨਾ ਕੀਤੀ। ਅਗਰ ਨਹੀਂ ਕਰਦੇ ਤਾਂ ਪਿੰਡਾਂ ਦੇ ਵਿੱਚ ਤਕਰਾਰ ਹੋਊਗਾ। ਜਿਹੜਾ ਜ਼ਿਮੀਂਦਾਰ ਭਾਈਚਾਰਾ ਉਹ ਆਪਦੀ ਜਗ੍ਹਾ ਸੱਚਾ, ਔਰ ਜਿਹੜਾ ਲੇਬਰ ਤਬਕਾ ਉਹ ਆਪਦੀ ਜਗ੍ਹਾ ਸੱਚਾ ਕਿ ਅਸੀਂ ਆਪਦਾ ਆਪ ਸਟੇਕ ਤੇ ਲਾਉਣਾ, ਸਾਡੀ ਵੀ ਜ਼ਿੰਦਗੀ ਖਤਰੇ 'ਚ ਆ ਅਗਰ ਅਸੀਂ ਕੰਮ ਕਰਨਾ। ਔਰ ਤਪਦੀ ਦੁਪਹਿਰ ਹੁੰਦੀ ਆ ਉਦੋਂ ਅੱਗੇ ਜਾ ਕੇ ਜਦੋਂ ਹੁਣ ਝੋਨਾ ਲੱਗਣਾ ਜਿਹੜੇ ਮਹੀਨਿਆਂ ਦੇ ਵਿੱਚ। ਜਿਵੇਂ ਤੁਸੀਂ ਗੱਲ ਕੀਤੀ ਕਿ ਇਹਦੇ ਮਸਲੇ ਤੇ ਉਹਨਾਂ ਨੂੰ ਪੂਰਾ ਧਿਆਨ ਦੇਣਾ ਚਾਹੀਦਾ। ਜਿਹੜੇ ਸਲਾਹਕਾਰ ਨੇ ਉਹਨਾਂ ਦੇ ਪਤਾ ਨਹੀਂ ਕਿੱਦਾਂ ਦੇ ਰੱਖੇ ਹੋਏ ਨੇ, ਪਰ ਦੂਸਰੇ ਪਾਸੇ ਜਿਵੇਂ ਉਹਨਾਂ ਗੱਲਬਾਤ ਕੀਤੀ ਸੀ, ਜਿਹੜੀਆਂ ਤੁਹਾਡੇ ਕਿਸੇ ਨੂੰ ਪੈਸੇ ਦੇਣੇ ਆ, ਕਿਸੇ ਦੀ ਕੋਈ ਕਿਸ਼ਤ ਜਾਂਦੀ ਆ ਰੁਕ ਜਾਣੀ ਚਾਹੀਦੀ ਆ, ਪਰ ਬਿੱਲ ਵੀ ਉਵੇਂ ਆ ਰਹੇ ਤੇ ਕਿਸ਼ਤਾਂ ਵੀ ਖਾਤੇ 'ਚੋਂ ਕੱਟੀਆਂ ਜਾ ਰਹੀਆਂ। ਇਹ ਬਹੁਤ ਵੱਡਾ ਮਾਜਰਾ ਆ। ਔਰ ਸਰ ਮੈਂ ਜਿਵੇਂ ਸ਼ੁਰੂ 'ਚ ਕਿਹਾ ਕਿ ਮਾਯੂਸਕੁਨ ਹਾਲਾਤ ਨੇ ਸੂਬੇ ਦੇ ਵਿੱਚ। ਤੁਸੀਂ ਜਿਹੜੀ ਮਰਜ਼ੀ ਤੰਦ ਫੜ ਲਓ, ਤੁਸੀਂ ਇਕੋਨਮੀ ਫੜ ਲਓ, ਤੁਸੀਂ ਬੇਸਿਕ ਐਸੈਂਸ਼ੀਅਲ ਕਮੋਡਿਟੀਜ਼ ਫੜ ਲਓ, ਤੁਸੀਂ ਮੈਡੀਕਲ ਸਹੂਲਤਾਂ ਫੜ ਲਓ,
ਤੁਸੀਂ ਲੋਕਾਂ ਦੇ ਰੋਜ਼ਮਰਾ ਦੇ ਜਿਹੜੇ ਖਰਚੇ ਆ ਉਹਨਾਂ ਦੀ ਗੱਲ ਕਰ ਲਓ। ਉਹ ਜਿਹੜਾ ਆਰਬੀਆਈ ਨੇ ਇੱਕ ਮੋਰੇਟੋਰੀਅਮ ਜਾਰੀ ਕੀਤਾ ਸੀਗਾ ਪਹਿਲਾਂ ਕਿ ਤੁਹਾਡੀਆਂ ਜਿਵੇਂ ਕੈਨੇਡੀਅਨ ਗਵਰਨਮੈਂਟ ਬੇਸਿਕਲੀ ਸਭ ਤੋਂ ਪਹਿਲਾਂ ਜਸਟਿਨ ਟਰੂਡੋ ਨੇ ਕਿਹਾ ਸੀਗਾ ਕਿ ਤੁਹਾਡਾ ਜਿਹੜਾ ਮੌਰਟਗੇਜ ਦੀਆਂ ਕਿਸ਼ਤਾਂ ਹੈਗੀਆਂ ਉਹ ਅਸੀਂ ਸਰਕਾਰ ਜਿਹੜਾ ਤੁਹਾਨੂੰ ਉਹਦੇ 'ਚ ਬਾਕਾਇਦਾ ਪੋਸਟਪੋਨ ਕਰੂਗੀ ਔਰ ਤੁਹਾਨੂੰ ਉਹਦੇ 'ਤੇ ਕੋਈ ਪੈਨਲਟੀ ਨਹੀਂ ਪਊਗੀ ਔਰ ਤੁਹਾਡੇ ਜਿਹੜੇ ਈਵਨ ਇਲੈਕਟ੍ਰੀਸਿਟੀ ਦੇ ਬਿੱਲ ਹੈਗੇ ਆ ਔਰ ਜਿਹੜੇ ਤੁਹਾਡੇ ਮੋਬਾਈਲ ਬਿੱਲ ਹੈਗੇ ਉਹ ਉੱਥੋਂ ਤੱਕ ਉਹਨਾਂ ਨੇ ਮਤਲਬ ਭਰੇ। ਔਰ ਹੁਣ ਉਹਨਾਂ ਨੇ ਵਿਦਿਆਰਥੀਆਂ ਦੇ ਮਾਮਲੇ 'ਚ ਵੀ ਕਹਿ ਦਿੱਤਾ ਕਿ ਅਸੀਂ ਜਿਹੜਾ ਹੈਗਾ ਸਾਰਾ ਖਰਚਾ ਬੀਅਰ ਕਰਾਂਗੇ। ਉਸੇ ਤਰਜ਼ੇ ਅਮਲ 'ਤੇ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਐਕਚੁਅਲ ਕੀ ਹੈ, ਇਲੈਕਟ੍ਰੀਸਿਟੀ ਜਿਹੜੀ ਹੈਗੀ 10,000 ਤੋਂ ਘੱਟ ਜਿਹਦਾ ਘਰੇਲੂ ਬਿੱਲ ਬਿਜਲੀ ਦਾ ਹੈਗਾ ਉਹ ਸਿਰਫ ਇਹਨਾਂ ਨੇ 10 ਮਈ ਤੱਕ ਐਕਸਟੈਂਡ ਕੀਤਾ। ਉਸ ਤੋਂ ਬਾਅਦ ਤੁਹਾਨੂੰ ਪੈਨਲਟੀਆਂ ਵੀ ਪੈਣੀਆਂ, ਤੁਹਾਨੂੰ ਬਿੱਲ ਤਾਰਨੇ ਵੀ ਪੈਣੇ ਆ। ਔਰ ਜਿਹੜੀਆਂ ਤੁਹਾਡੀਆਂ ਕਿਸ਼ਤਾਂ ਨੇ ਉਹਦੇ 'ਚ ਤਾਂ ਐਡੀ ਵੱਡੀ ਹੇਰਾਫੇਰੀ ਆ, ਮਤਲਬ ਲੋਕ ਰਗੜੇ ਜਾਣਗੇ ਪੰਜਾਬੀ 'ਚ, ਜਿਹਨੂੰ ਆਪਾਂ ਕਹਿੰਦੇ ਆ ਕਿ ਅਗਰ ਸਪੋਜ਼ ਕਰੋ ਤੁਸੀਂ ਮੋਬਾਈਲ ਲਿਆ, ਮੋਬਾਈਲ ਦੀਆਂ 12 ਕਿਸ਼ਤਾਂ ਸੀ, 2 ਤੁਸੀਂ ਭਰ ਚੁੱਕੇ ਹੋ, ਤੁਹਾਡੀ ਹੁਣ ਤੀਸਰੀ ਕਿਸ਼ਤ ਆਉਣੀ ਸੀ, ਤਾਂ ਉਹ ਜਿਹੜੀ 2, 4, 5,000 ਰੁਪਏ ਦੀ ਕਿਸ਼ਤ ਸੀਗੀ ਉਹ ਅਗਰ ਤੁਸੀਂ ਅਪ੍ਰੈਲ ਮਹੀਨੇ ਦੀ ਨਹੀਂ ਭਰਦੇ ਤਾਂ ਕਿੱਥੇ ਤਾਂ ਤੁਹਾਨੂੰ, ਅਗਰ ਤੁਸੀਂ ਅਪ੍ਰੈਲ ਮਹੀਨੇ 'ਚ ਭਰਦੇ ਹੋ ਤਾਂ ਤੁਹਾਨੂੰ ਅੱਗੇ ਮਈ ਤੋਂ ਔਨਵਰਡਸ ਜਿਹੜਾ ਹੈਗਾ ਉਹ ਵਿਆਜ ਪੈਣਾ ਸੀ। ਉਹ ਅਪ੍ਰੈਲ ਮਹੀਨਾ ਜਿਹੜਾ ਤੁਹਾਡਾ ਉਹ ਅੱਗੇ ਜਾ ਕੇ ਐਡ ਹੋ ਜਾਊਗਾ। ਉਹ ਜਿਹੜੀਆਂ ਮੰਨ ਲਓ ਸਪੋਜ਼ ਤੁਹਾਡੀਆਂ 10 ਕਿਸ਼ਤਾਂ ਰਹਿੰਦੀਆਂ ਸੀ ਉਹ 10 ਦੀ ਬਜਾਏ 11 ਬਣ ਗਈਆਂ ਔਰ ਅਪ੍ਰੈਲ ਮਹੀਨੇ ਦਾ ਵਿਆਜ ਤੁਹਾਨੂੰ ਉਹ ਲਗਾਤਾਰ 10 ਮਹੀਨੇ ਲੱਗੂਗਾ। ਮਤਲਬ ਇਹ ਗੱਲ ਆਮ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਕਿ ਅਗਰ ਤੁਸੀਂ 1 ਲੱਖ ਰੁਪਈਆ ਦੇਣਾ ਸੀ 10 ਕਿਸ਼ਤਾਂ ਦੇ ਵਿੱਚ, 10,000 ਪਰ ਮੰਥ ਹੋ ਗਿਆ, ਹਾਂ ਇੰਟਰਸਟ, ਹਾਂ ਤੁਹਾਨੂੰ 1 ਲੱਖ, ਅੱਜ ਤੋਂ ਹੀ ਤੁਹਾਨੂੰ 1,10,000 ਤੇ ਵਿਆਜ ਪੈਣੀ ਸ਼ੁਰੂ ਹੋ ਗਈ। ਸੋ ਨਾ ਤਾਂ ਕੋਈ ਦੱਸਣ ਵਾਲਾ, ਨਾ ਕੋਈ ਜਿਹੜੇ ਬੈਂਕਾਂ ਦੇ ਮੁਲਾਜ਼ਮ ਆ ਉਹ ਦੱਸ ਰਿਹਾ। ਔਰ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਸੀ ਨਾ, ਪਰ ਉਹਨਾਂ ਸਮਝਾਇਆ ਨਹੀਂ ਕੋਈ ਗੱਲ। ਸਰਕਾਰ ਤਾਂ, ਤੁਸੀਂ ਹਸਪੀਟਲਸ ਦੇ ਹਾਲਾਤ ਦੇਖੋ, ਸਰਕਾਰਾਂ ਨੇ ਤਾਂ ਜੀ ਬਲਦੀ ਦੇ ਬੂਥੇ ਆਮ ਲੋਕਾਂ ਨੂੰ ਦਿੱਤਾ ਹੋਇਆ। ਤੁਸੀਂ ਸ਼ਹਿਰਾਂ ਦੇ ਵਿੱਚ ਦੇਖੋ, ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਲੱਗੀਆਂ ਹੋਈਆਂ। ਕਿਤੇ ਕੋਈ ਤੁਹਾਨੂੰ ਜਿਹੜਾ ਹੈਗਾ ਕਪਤਾਨ ਸਾਹਿਬ ਕਹਿੰਦੇ ਆ ਕਿ ਮੈਂ ਫੌਜੀ ਆਦਮੀ ਆ ਤੇ ਔਰ ਜਿਹੜਾ ਇਹ ਲੜਾਈ ਨਹੀਂ ਲੜੂਗਾ ਉਹ ਫੌਜ ਚੋਂ ਭੱਜਿਆ ਹੋਇਆ ਉਹਨੂੰ ਮੰਨਿਆ ਜਾਊਗਾ। ਔਰ ਕਪਤਾਨ ਸਾਹਿਬ 1.5 ਮਹੀਨਾ ਹੋ ਚੱਲਿਆ, ਹਲੇ ਤੱਕ ਇੱਕ ਦਿਨ ਉਹਨਾਂ ਆ ਕੇ ਨਾ ਕਿਸੇ ਮੰਡੀ ਦਾ ਦੌਰਾ ਕੀਤਾ, ਨਾ ਕਿਸੇ ਹਸਪਤਾਲ ਦਾ ਦੌਰਾ ਕੀਤਾ, ਔਰ ਨਾ ਹੀ ਚਲੋ ਆਮ ਲੋਕਾਂ ਨੂੰ, ਨਾ ਸਹੀ ਆਪਦੇ ਅਫਸਰਾਂ ਨੂੰ ਹੀ ਆ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰ ਦੇਣ। ਸੋ ਇਹ ਸਾਰਾ ਕੁਝ ਜਿਹੜਾ ਹੈਗਾ ਬਦ ਤੋਂ ਬਦਤਰ ਹੈ ਜੀ ਹਾਲਾਤ। ਆਉਣ ਵਾਲੇ ਸਮੇਂ 'ਚ ਲੱਤ ਸੁਧਰ ਸਕਦੇ ਹਾਲਾਤ ਇਸ ਤਰ੍ਹਾਂ ਹੈ ਜੀ। ਹੁਣ ਅੱਜ ਜਿਵੇਂ 3 ਮਈ ਤੋਂ ਬਾਅਦ ਕੇਂਦਰ ਸਰਕਾਰ ਜਿਹੜੀ ਹੈਗੀ ਉਹ ਵੀ ਕਹਿ ਰਿਹਾ ਕਿ ਅਸੀਂ ਕਰਫਿਊ ਦੇ ਵਿੱਚ ਢਿੱਲ ਦੇਣਾ ਚਾਹੁੰਦੇ ਹਾਂ। ਸੂਬਾ ਸਰਕਾਰ ਵੀ ਅੱਜ ਮੇਰੇ ਖਿਆਲ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮਾਹਰਾਂ ਦੀ ਜਿਹੜਾ ਉਹਨਾਂ ਨੇ ਇੱਕ ਕਮੇਟੀ ਬਣਾਈ ਹੈ ਕਿ ਉਹ ਦੱਸਣ ਕਿ ਸਾਨੂੰ ਢਿੱਲ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ। ਸਰਕਾਰ ਬਹੁਤ ਬੁਰੀ ਤਰ੍ਹਾਂ ਨਾਲ ਫਸੀ ਹੋਈ ਹੈ। ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਗੱਲ ਹੈ ਕਿ ਅਗਰ ਢਿੱਲ ਦਿੰਦੇ ਆ ਤਾਂ ਲੋਕਾਂ ਦੀ ਜ਼ਿੰਦਗੀ, ਲੋਕਾਂ ਦੀ ਸਿਹਤ ਜਿਹੜੀ ਹੈਗੀ ਆ ਉਹ ਸਟੇਕ ਤੇ ਆ ਜਾਂਦੀ ਹੈ। ਅਗਰ ਬਿਮਾਰੀ ਵੱਧ ਗਈ ਤਾਂ ਉਹਨੂੰ ਕਿੱਦਾਂ ਕਾਊਂਟਰ ਕਰਨਗੇ? ਸਾਡੇ ਕੋਲੇ ਕੋਈ ਪ੍ਰਬੰਧ ਹੀ ਹੈ ਨਹੀਂ। ਔਰ ਅਗਰ ਢਿੱਲ ਨਹੀਂ ਦਿੰਦੇ ਤਾਂ ਲੋਕਾਂ ਦੀ ਜਿਹੜੀ ਨਿੱਜੀ ਜ਼ਿੰਦਗੀ ਆ, ਜਿਹੜਾ ਲੋਕਾਂ ਦੀ ਆਰਥਿਕ ਜ਼ਿੰਦਗੀ ਆ, ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੋ ਰਿਹਾ। ਔਰ ਸਰਕਾਰ 1 ਮਹੀਨੇ ਦੀਆਂ ਤਨਖਾਹਾਂ ਤਾਂ ਸਰਕਾਰ ਨੇ ਦੇਤੀਆਂ, ਅਗਲੇ ਮਹੀਨੇ ਸਰਕਾਰ ਦਾ ਕੀ ਬਣੂਗਾ? ਔਰ ਜਿਹੜੇ ਮੁਲਾਜ਼ਮ ਖੇਤੀ ਪੱਤੀ ਕਰਦੇ ਆ ਜਾਂ ਕੋਈ ਹੋਰ ਉਹਨਾਂ ਕੋਲ ਰਿਸੋਰਸਿਸ ਹੈਗੇ, ਉਹਨਾਂ ਦਾ ਤਾਂ ਗੁਜ਼ਾਰਾ ਹੈ। ਜਿਹੜੇ ਬਿਲਕੁਲ ਨਰੋਲ ਤਨਖਾਹਾਂ ਦੇ ਉੱਪਰ ਜਿਨ੍ਹਾਂ ਦਾ ਗੁਜ਼ਾਰਾ ਚੱਲਦਾ, ਸੋ ਉਹ ਮਤਲਬ ਸਥਿਤੀ ਜਿਹੜੀ ਹੈ ਬਹੁਤ ਵਿਸਫੋਟਕ ਹੋਣ ਵਾਲੀ ਹੈ ਆਉਣ ਵਾਲੇ ਸਮੇਂ ਦੇ ਵਿੱਚ, ਅਗਰ ਸਰਕਾਰ ਇਹਨੂੰ ਵਿਉਂਤਬੰਦ ਤਰੀਕੇ ਦੇ ਨਾਲ ਨਹੀਂ ਨਜਿੱਠਦੀ। ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸਰਕਾਰਾਂ ਜਿਉਂਦੀਆਂ ਤਿਉਂ ਹੀ ਰਹੀਆਂ, ਜਿੰਨੀਆਂ ਪਿੱਛੇ ਆਈਆਂ, ਕਿਸੇ ਕੋਈ ਵੀ ਸਰਕਾਰ ਹੋਵੇ, ਭਾਵੇਂ ਗੱਠਜੋੜ ਹੋਵੇ ਕਿਸੇ ਦਾ, ਭਾਵੇਂ ਕਾਂਗਰਸ ਹੋਵੇ, ਕੋਈ ਵੀ ਹੋਵੇ, ਕੋਈ ਵੀ ਚੱਜ ਦਾ ਫੈਸਲਾ ਜੇਕਰ ਗੱਲ ਕਰੀਏ ਪੰਜਾਬ ਦੇ ਹੱਕ ਲਈ ਕਿਸੇ ਨਹੀਂ ਕੀਤਾ ਗਾ। ਇਸ ਲਈ ਸਾਡੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਜਾਂਦੇ। ਇਹ ਗੁਰਬਾਣੀ ਕਹਿੰਦੀ ਹੈ ਨਾ ਕਿ ਜਬੇ ਬਣ ਲਾਗਿਓ ਤਬੇ ਰੋਸ ਜਾਗਿਓ। ਸੋ ਪੰਜਾਬੀ, ਜਾਂ ਅਸੀਂ ਕਹਿੰਦੇ ਆ ਕਿ ਸਿੱਖ ਬਹੁਲਤਾ ਵਾਲਾ ਸੂਬਾ ਹੈਗਾ ਪੰਜਾਬ, ਪਰ ਕੁਛ ਕੁ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਲੋਕ ਮਹਦੂਦ ਹੋ ਗਏ ਕੰਫਰਟ ਤੱਕ। ਬਾਹਰ ਵੀ ਅਸੀਂ ਕਿਉਂ ਜਾ ਰਹੇ ਹਾਂ? ਹੁਣ ਆਹ ਲੋਕਡਾਊਨ ਹੋਇਆ ਪੰਜਾਬ ਸਭ ਤੋਂ ਜਿਹੜੀ ਹੈਗੀ ਆ, ਮੈਂ ਕਹਿੰਦਾ ਕਿ ਰਿਸੋਰਸਫੁੱਲ ਸਟੇਟ ਆ ਖਾਣ ਪੀਣ ਦੇ ਮਾਮਲੇ ਦੇ ਵਿੱਚ, ਔਰ ਖਾਸ ਕਰ ਪੰਜਾਬ ਦਾ ਜਿਹੜਾ ਪੇਂਡੂ ਖੇਤਰ ਹੈਗਾ। ਔਰ ਅਸੀਂ ਲੋਕ ਕੰਫਰਟ ਦੇ ਸ਼ਿਕਾਰ ਹਾਂ। ਜਿਵੇਂ ਸਭ ਤੋਂ ਪਹਿਲਾ ਪੜਾਅ ਹੁੰਦਾ ਕਿ ਤੁਹਾਡੀਆਂ ਲੋੜਾਂ, ਤੁਹਾਡੀਆਂ ਨੀਡਸ, ਰਿਕੁਆਇਰਮੈਂਟਸ, ਸੈਕੰਡਲੀ ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਡਾ ਕੰਫਰਟ, ਤੇ ਉਸ ਤੋਂ ਬਾਅਦ ਅਸੀਂ ਲਗਜ਼ਰੀ ਵੱਲ ਚਲੇ ਜਾਂਦੇ ਹਾਂ। ਸੋ ਅਗਰ ਜਿੰਨੀ ਦੇਰ ਤੱਕ ਨੌਜਵਾਨ ਜਿਹੜਾ ਹੈਗਾ ਪੰਜਾਬ ਦਾ ਉਹ ਰਾਜਨੀਤੀ ਵੱਲ ਨਹੀਂ ਆਊਗਾ, ਜਿੰਨੀ ਦੇਰ ਤੱਕ ਉਹਦੀ ਜਿਹੜੀ ਅੰਦਰ ਦੀ ਸੰਵੇਦਨਾ ਵਾ ਉਹਦੇ ਪ੍ਰਤੀ, ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਪਿਆਰ ਨਹੀਂ ਨਾ ਕਰਦੇ ਕਿਸੇ ਚੀਜ਼ ਨੂੰ, ਅਸੀਂ ਆਪਣਾ ਮੰਨ ਲਓ ਮੇਰਾ ਘਰ ਆ ਤੇ ਇਹਨੂੰ ਮੈਂ ਕਿਵੇਂ ਸਵਾਰ ਕੇ ਰੱਖਿਆ ਹੋਇਆ, ਮੇਰੀ ਕਾਰ ਆ, ਠੀਕ ਹੈ, ਮੇਰੇ ਬੱਚੇ ਨੇ ਮੈਂ ਉਹਨਾਂ ਨੂੰ ਕਿਵੇਂ ਪਿਆਰ ਕਰਦਾ, ਮੇਰੇ ਮਾਂ ਪਿਓ ਉਹਨਾਂ ਨੂੰ ਮੈਂ ਪਿਆਰ ਕਰਦਾ, ਜਿੰਨੀ ਦੇਰ ਤੱਕ ਤੁਸੀਂ ਆਪਦੇ ਸੂਬੇ ਨੂੰ, ਆਪਦੇ ਮੁਲਕ ਨੂੰ ਪਿਆਰ ਕਰਨ ਦੀ ਉਹ ਭਾਵਨਾ, ਜਿਹਨੂੰ ਅਸੀਂ ਪੈਟਰੋਟਿਜ਼ਮ ਕਹਿ ਦਿੰਦੇ ਨਾ, ਅੱਜ ਦੀ ਡੇਟ 'ਚ ਕੀ ਹੋ ਰਿਹਾ ਕਿ ਪੈਟਰੋਟਿਜ਼ਮ ਤੇ ਨੈਸ਼ਨਲਿਜ਼ਮ ਇਹਦੇ 'ਚ ਬੜਾ ਸਲੀਕ ਡਿਫਰੈਂਸ ਆ। ਕਈ ਵਾਰੀ ਬਹੁਤ ਜਿਹੜਾ ਮਤਲਬ ਵਾਲ ਮਾਤਰ ਭੇਦ ਹੁੰਦਾ ਕਿਸੇ ਚੀਜ਼ ਦੇ ਵਿੱਚ, ਔਰ ਆਮ ਬੰਦੇ ਦੀ ਸਮਝ 'ਚ ਨਹੀਂ ਆਉਂਦਾ।
ਸੋ ਜਿਹੜਾ ਨੈਸ਼ਨਲਿਜ਼ਮ ਦਾ ਫੰਡਾ ਇੱਕ ਬੀਜੇਪੀ ਲੈਡ ਗਵਰਨਮੈਂਟ ਨੇ, ਐਨਡੀਏ ਗਵਰਨਮੈਂਟ ਨੇ ਸੁੱਟਿਆ ਹੋਇਆ ਪੱਤਾ ਖੇਡ ਰਿਹਾ ਮੁਸਲਮਾਨਾਂ ਨੂੰ ਟਾਰਗੇਟ ਕਰਕੇ, ਉਹਨੇ ਜਿਹੜੀ ਪੈਟਰਟਿਜ਼ਮ ਦੀ ਭਾਵਨਾ ਵਾ ਉਹਨੂੰ ਹੋਰ ਸੱਟ ਮਾਰੀ ਹੈ। ਔਰ ਉਹੀ ਤੁਹਾਡੇ ਸਵਾਲ ਦਾ ਜਵਾਬ ਆ ਕਿ ਜਿਹੜੇ ਸਾਡੇ ਨੌਜਵਾਨ ਆ ਇੱਥੋਂ ਸਾਰਾ ਕੁਝ ਛੱਡ ਕੇ ਬਾਹਰ ਜਾ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਬਹੁਤਾਤ ਦੇ ਵਿੱਚ ਲੋਕ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਹੋਣਗੇ। ਕਿਉਂਕਿ ਤੁਸੀਂ ਮਤ ਸੋਚੋ ਕਿ ਤੁਸੀਂ ਆਪਦੀ ਜਿਹੜੀ ਜੰਮਣ ਭੋਏ ਆ ਉਹਨੂੰ ਛੱਡ ਕੇ ਜਾਂ ਉੱਥੋਂ ਅਪਰੂਟ ਕਰਕੇ ਕਿਤੇ ਹੋਰ ਜਾ ਕੇ ਜਿਹੜਾ ਹੈਗਾ ਉੱਥੇ ਆਪਦੇ ਮਨ ਦੀ ਸ਼ਾਂਤੀ ਲੱਭ ਸਕਦੇ ਹੋ। ਐਗਜ਼ੈਕਟਲੀ, ਉਹ ਯੂ ਹੈਵ ਟੂ ਪੇ ਫॉर ਦੈਟ। ਉਹ ਤੁਸੀਂ ਹੁਣ ਨਵੀਂ ਜਿਹੜੀ ਨੌਜਵਾਨ ਯੁਵਾ ਪੀੜ੍ਹੀ ਉੱਥੇ ਜਾ ਰਹੀ ਆ, ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਆਫਟਰ 40 ਉਹਨਾਂ ਨੂੰ ਜਿਹੜਾ ਉਹ ਹੇਰਵਾ ਵਾ ਉਹ ਲੱਗੂਗਾ, ਉੱਥੇ ਜਾ ਕੇ ਅੱਜ ਤਾਂ ਖੁਸ਼ੀ ਜਾਂ ਪੈਸੇ ਦੇ ਚਾਅ ਦੇ ਵਿੱਚ ਸੈਟਲ ਹੋ ਰਹੇ ਨੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਭਿਆਨਕ ਜਿਹੜੇ ਨਤੀਜੇ ਆ ਸਕਦੇ ਬਿਲਕੁਲ ਦੇਖਣ ਨੂੰ ਸਾਡੇ ਸਾਹਮਣੇ ਆਉਣਗੇ। ਔਰ ਤੁਸੀਂ ਹੋਰ ਦੇਖੋ ਕਿ ਜਦੋਂ ਕੋਈ ਗੋਰਾ ਸਾਡੇ ਧਰਮ ਨੂੰ ਅਪਣਾਉਂਦਾ ਵਾ, ਜੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਅਸੀਂ ਲੋਕ ਬਹੁਤ ਖੁਸ਼ ਹੁੰਦੇ ਹਾਂ ਕਿ ਫਲਾਣੇ ਇਟਾਲੀਅਨ ਨੇ ਅੰਮ੍ਰਿਤ ਛਕ ਲਿਆ, ਫਲਾਣੇ ਬ੍ਰਿਟਿਸ਼ਰ ਨੇ ਅੰਮ੍ਰਿਤ ਛਕ ਲਿਆ। ਔਰ ਜਦੋਂ ਪ੍ਰਵਾਸੀ ਸਾਡੇ ਭਰਾ ਜਿਹੜੇ ਯੂਪੀ ਬਿਹਾਰ ਤੋਂ ਆ ਕੇ ਜਦੋਂ ਉਹਨਾਂ ਦਾ ਗਲਬਾ ਕ੍ਰੀਏਟ ਹੋ ਰਿਹਾ, ਭੁਲੱਥ ਬੇਗੋਵਾਲ ਤੁਸੀਂ ਉੱਥੇ ਜਾ ਕੇ ਦੇਖੋ ਜਾਂ ਲੁਧਿਆਣੇ ਦੇ ਵਿੱਚ ਦੇਖੋ। ਅੱਜ ਹੀ ਮੈਂ ਪੜ੍ਹ ਰਿਹਾ ਸੀਗਾ ਕਿ 25,000 ਬੱਚਾ ਪਿਛਲੇ 1 ਮਹੀਨੇ 'ਚ ਪੰਜਾਬ ਦੇ ਵਿੱਚ ਜਨਮਿਆ ਵਾ, ਔਰ 3,000 ਸਭ ਤੋਂ ਜ਼ਿਆਦਾ ਲੁਧਿਆਣੇ ਜ਼ਿਲ੍ਹੇ 'ਚ ਜਨਮੇ। ਉਹਦਾ ਕਾਰਨ ਕੀ ਹੈ ਕਿ ਉੱਥੇ ਪ੍ਰਵਾਸੀ ਮਜ਼ਦੂਰ ਜ਼ਿਆਦਾ ਨੇ ਔਰ ਉਹਨਾਂ ਦੀ ਜਿਹੜੀ ਬੱਚੇ ਪੈਦਾ ਕਰਨ ਦੀ ਦਰ ਆ ਉਹ ਜ਼ਿਆਦਾ। ਪਿੱਛੇ ਜੇ ਜਦੋਂ ਗਿਆਨੀ ਗੁਰਬਚਨ ਸਿੰਘ ਮੇਰੇ ਖਿਆਲ ਸੀਗੇ ਅਕਾਲ ਤਖਤ ਦੇ ਜਥੇਦਾਰ, ਤੇ ਉਹਨਾਂ ਨੇ ਵੀ ਇਹ ਅਪੀਲ ਕੀਤੀ ਸੀ ਕਿ ਸਿੱਖ ਜਿਹੜੇ ਹੈਗੇ 2 ਤੋਂ ਵੱਧ ਬੱਚੇ ਪੈਦਾ ਕਰਨ, ਔਰ ਮਗਰ ਰਿਸੋਰਸਿਸ ਨਹੀਂ ਹੈਗੇ। ਸੋ ਜਦੋਂ ਅਸੀਂ ਬਾਹਰ ਜਾ ਕੇ ਸਾਡਾ ਧਰਮ ਫੁੱਲਦਾ ਫੈਲਦਾ ਹੈਗਾ, ਸਾਡਾ ਪੰਜਾਬੀਅਤ ਫੈਲਦੀ ਆ, ਮੌਲਦੀ ਆ, ਉਦੋਂ ਅਸੀਂ ਬੜੇ ਖੁਸ਼ ਹੁੰਦੇ ਹਾਂ। ਔਰ ਜਦੋਂ ਫਿਰ ਇੱਥੇ ਆ ਕੇ ਬਿਹਾਰ ਯੂਪੀ ਵਾਲੇ ਲੋਕਾਂ ਦਾ ਗਲਬਾ ਬਣਦਾ, ਸਾਨੂੰ ਬਹੁਤ ਤਕਲੀਫ ਹੁੰਦੀ ਹੈ। ਤੁਸੀਂ ਦੇਖੋ 2030-35 'ਚ, ਅੱਜ ਤੋਂ 10-12-15 ਸਾਲ ਬਾਅਦ, ਜਦੋਂ ਤੁਸੀਂ ਸਾਰੇ ਜਣੇ, ਅੱਜ ਕੱਲ੍ਹ ਇੱਕ ਬੱਚਾ ਲੋਕਾਂ ਕੋਲੇ, ਉਹ ਵੀ ਬਾਹਰ ਜਾ ਰਿਹਾ। ਉਹ ਪੰਜਾਬੀ ਲੋਕ ਜਿਹੜੇ ਮਤਲਬ ਅਗਰ ਕੁੜੀ ਕਾਲਜ ਪੜ੍ਹਦੀ ਹੈ ਤਾਂ ਬੱਸ ਪਿੰਡੋਂ ਘਰੋਂ ਮਾਂ ਪਹਿਲਾਂ ਬੱਸ ਅੱਡੇ ਤੱਕ ਛੱਡਣ ਜਾਂਦੀ ਹੈ ਔਰ ਪਿਓ ਸ਼ਾਮ ਨੂੰ ਲੈਣ ਜਾਂਦਾ, ਉਹ 21-22 ਸਾਲ ਦੀਆਂ ਕੁੜੀਆਂ ਨੂੰ ਬਿਲਕੁਲ ਕੱਲੀਆਂ ਨੂੰ ਜਹਾਜ਼ੇ ਚੜ੍ਹਾ ਰਹੇ ਆ। ਤਾਂ ਸੋ 20 ਸਾਲ ਬਾਅਦ ਫਿਰ ਇੱਥੇ ਕਿਹਨਾਂ ਦਾ ਕਬਜ਼ਾ ਹੋਊਗਾ? ਫਿਰ ਇੱਥੇ ਜਿਹੜਾ ਹੈਗਾ ਕੋਈ ਮਤਲਬ ਤੁਸੀਂ ਦੇਖੋ ਜਿਵੇਂ ਸਾਡੇ ਬਿਊਰੋਕ੍ਰੇਸੀ ਦੇ ਵਿੱਚ IAS ਆਫੀਸਰ ਜਿੰਨੇ ਹੈਗੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਤਾਂ ਮੋਸਟਲੀ ਜਿਵੇਂ ਮੇਰੇ ਖਿਆਲ DC ਸੰਗਰੂਰ ਮੰਨ ਕੇ ਚੱਲੋ, DC ਮੋਹਾਲੀ ਹੈਗੇ ਨੇ, DC ਪਟਿਆਲਾ ਨੇ, ਕਿਤੇ ਮੈਂ ਗਲਤ ਵੀ ਹੋ ਸਕਦਾ, ਮੇਰੇ ਖਿਆਲ TC ਗੁਰਦਾਸਪੁਰ ਨੇ। ਇਹ IAS ਆਫੀਸਰ ਜਿਹੜੇ ਹੈਗੇ ਇਹ ਸਾਰੇ ਨੌਨ ਪੰਜਾਬੀ ਨੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਾਡੀ ਵਿਧਾਨ ਸਭਾ ਦੇ ਵਿੱਚ ਵੀ ਨੌਨ ਪੰਜਾਬੀ ਲੋਕ ਜਾਣਗੇ। ਠੀਕ ਹੈ ਨਾ? ਇਹ ਬੜਾ ਗੈਰ ਗੰਭੀਰ ਚਿੰਤਨ ਦਾ ਵਿਸ਼ਾ ਹੈਗਾ। ਅਗਰ ਅਸੀਂ ਲੋਕ ਇਹਦੇ ਬਾਰੇ ਸੋਚ ਲਾਂਗੇ, ਵਿਚਾਰ ਕਰ ਲਾਂਗੇ ਤਾਂ ਸੂਬਾ ਬਾਜੂਗਾ, ਨਹੀਂ ਤੇ ਫਿਰ ਅਸੀਂ ਕੈਨੇਡਾ ਅਮਰੀਕਾ ਜਾ ਕੇ ਇੱਕ ਨਵਾਂ ਪੰਜਾਬ ਵਸਾਵਾਂਗੇ ਔਰ ਇੱਥੇ ਜਿਹੜੇ ਸਾਡੇ ਪ੍ਰਵਾਸੀ ਭਰਾ ਵਾ ਉਹਨਾਂ ਦਾ ਜਿਹੜਾ ਹੈਗਾ ਗਲਬਾ ਹੋ ਜਾਊਗਾ। ਔਰ ਜਿਹੜੀਆਂ ਆਉਣ ਵਾਲੀਆਂ ਨੀਤੀਆਂ ਹੈਗੀਆਂ ਕਿ ਜਿਹੜੀਆਂ ਵੱਡੇ ਕਾਰੋਬਾਰੀ ਅਦਾਰੇ ਆ, ਜਿਵੇਂ ਪੰਜਾਬ ਸਰਕਾਰ ਨੇ ਸਾਡੀਆਂ ਪੰਚਾਇਤੀ ਜ਼ਮੀਨਾਂ ਜਿਹੜੀਆਂ ਹੈਗੀਆਂ ਉਹ ਕਾਰਪੋਰੇਟਸ ਨੂੰ ਦੇਣ ਦੀ ਨੀਤੀ ਘੜੀ ਹੋਈ ਆ, ਤਾਂ ਵੱਡੇ ਇੱਥੇ ਫਾਰਮ ਹੋਣਗੇ 1000, 2-2000, 4-4000 ਏਕੜ ਦੇ, ਔਰ ਸਾਡੇ ਜਿਹੜੇ ਲੋਕ ਇੱਥੇ ਬਚੇ ਖੁਚੇ ਰਹਿ ਗਏ ਪੰਜਾਬੀ, ਉੱਥੇ ਦਿਹਾੜੀਆਂ ਕਰਿਆ ਕਰਨਗੇ। ਜਿਵੇਂ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ, ਉਹਨੂੰ ਪਛਤਾਵਾ ਰਹਿ ਜਾਊਗਾ ਸਾਡੇ ਕੋਲ ਹੁੰਦੀ ਸੀ ਕਿਤੇ। ਬਿਲਕੁਲ, ਉਹ ਤਾਂ ਹੈ ਹੀ ਆ। ਪਹਿਲਾਂ ਵੀ ਪੰਜਾਬੀ ਜਿਹੜੇ ਨਾ ਅਸੀਂ ਕਹਿ ਲਓ ਕਿ ਸੈਲਫ ਪ੍ਰੇਜ਼ 'ਚ ਬਹੁਤ ਵਿਸ਼ਵਾਸ ਰੱਖਦੇ ਹਾਂ। ਪੰਜਾਬੀਆਂ ਦੇ ਬੱਲੇ ਬੱਲੇ, ਪੰਜਾਬੀਆਂ ਦੀ ਸ਼ਾਵਾ। ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਵੈਟ, ਮੇਰੇ ਖਿਆਲ ਉਹਦਾ ਨਾਮ ਹੈਗਾ, ਜਿਹੜੀ ਇਹਨਾਂ ਨੇ ਇੱਕ ਫੋਰਸ ਬਣਾਈ ਸੀਗੀ, ਬੜੇ ਲਿਮਟਿਡ ਮੁੰਡੇ ਉਹਦੇ ਵਿੱਚ ਭਰਤੀ ਕੀਤੇ ਸੀ ਇਹਨਾਂ ਨੇ, 6.5 ਫੁੱਟ 6.5 ਫੁੱਟ ਦੇ ਨੌਜਵਾਨ ਉਹਦੇ 'ਚ ਭਰਤੀ ਕੀਤੇ। ਔਰ ਉਹਨਾਂ ਨੂੰ ਜਿਹੜੇ ਟ੍ਰੇਨਿੰਗ ਦੇਣ ਵਾਲੇ ਵਿਅਕਤੀ ਸੀਗੇ ਉਹ ਇਜ਼ਰਾਈਲ ਤੋਂ ਆਏ ਸੀ। ਔਰ ਇਜ਼ਰਾਈਲ ਇਸ ਮਾਮਲੇ ਦੇ ਵਿੱਚ ਮੰਨਿਆ ਹੋਇਆ ਕਿ ਕੋਈ ਯਹੂਦੀ ਵੈਸੇ ਹੀ ਮੰਨੇ ਹੋਏ ਆ। ਹਮੇਸ਼ਾ ਵਰਲਡ ਲੈਵਲ 'ਤੇ ਸਿੱਖਾਂ ਤੇ ਯਹੂਦੀਆਂ ਦਾ ਜਿਹੜਾ ਕੰਪੈਰੀਜ਼ਨ ਕੀਤਾ ਜਾਂਦਾ ਕਿ ਯਹੂਦੀਆਂ ਨੇ ਆਪਦਾ ਮੁਲਕ ਲਿਆ, ਯਹੂਦੀ ਜਿਹੜੇ ਹੈਗੇ ਆ ਸੰਸਾਰ ਭਰ ਦੇ ਵਿੱਚ ਨੋਬਲ ਪ੍ਰਾਈਜ਼ ਜਿੱਤਣ ਦੇ ਵਿੱਚ ਸਭ ਤੋਂ ਅੱਗੇ ਨੇ। ਔਰ ਜਿਹੜੀ ਮੁਸੈਦ ਉਹਨਾਂ ਦੀ ਖੁਫੀਆ ਏਜੰਸੀ ਉਹ ਸੰਸਾਰ ਭਰ ਦੇ ਵਿੱਚ ਮਸ਼ਹੂਰ ਹੈਗੀ ਆ। ਔਰ ਉਹ ਇਜ਼ਰਾਈਲ ਦੇ ਟ੍ਰੇਨਿੰਗ ਦੇਣ ਵਾਲੇ ਜਿਹੜੇ ਮਿੱਤਰ ਆਏ ਸੀਗੇ ਉੱਥੋਂ, ਔਰ ਉਹ 42 45 ਸਾਲ ਦੇ ਵਿਅਕਤੀ ਸੀਗੇ। ਔਰ ਸਾਡੇ ਜਿਹੜੇ ਮੁੰਡੇ ਸੀਗੇ ਨੌਜਵਾਨ, ਉਹਨਾਂ ਨਾਲੋਂ ਵੱਧ ਉਹਨਾਂ ਦੇ ਵਿੱਚ ਜਿਹੜਾ ਸਟੈਮਿਨਾ ਸੀਗਾ। ਸੋ ਮੀਨ ਟੂ ਸੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਸਾਡੇ ਜਿਹੜਾ, ਜਿਵੇਂ ਤੁਸੀਂ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅਸੀਂ ਸੈਲਫ ਪ੍ਰੇਜ਼ ਬਹੁਤ ਕਰਦੇ ਹਾਂ ਪੰਜਾਬੀਆਂ ਦੇ ਬੱਲੇ ਬੱਲੇ, ਵੀ ਉਹਨਾਂ ਦੇ 42-45 ਸਾਲ ਦੇ ਬੰਦੇ ਦੇ ਬਰਾਬਰ ਸਾਡੇ 25 ਸਾਲ ਵਾਲੇ ਮੁੰਡੇ ਜਿਹੜੇ ਉਹ ਹੱਫ ਜਾਂਦੇ ਸੀਗੇ। ਔਰ ਬਾਕੀ ਵੀ ਸਾਰੇ ਤੁਸੀਂ ਦੇਖੋ ਕਿ ਜਿਹੜਾ UPSC ਆ, ਹਰ ਸਾਲ 300, 400 ਜਾਂ 500 ਮਤਲਬ ਵੇਰੀਏਸ਼ਨ ਆਉਂਦੀ ਰਹਿੰਦੀ ਆ। IAS, IFS, IPS ਭਰਤੀ ਕਰਦੀ ਹੈ, ਉਹਦੇ 'ਚੋਂ ਪੰਜਾਬ ਦੀ ਰੇਸ਼ੋ ਕਿੰਨੀ ਹੈ? ਡਾਕਟਰਸ ਆ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਤੁਸੀਂ ਝਾਤੀ ਮਾਰ ਕੇ ਦੇਖ ਲਓ ਕਿ ਕਿੰਨੇ MBBS ਜਿਹਨੂੰ ਆਪਾਂ ਟੌਪ ਦੀ ਪੜ੍ਹਾਈ ਕਹਿੰਦੇ ਆ, IITs ਦੇ ਵਿੱਚ ਵੇਖੋ ਕਿੰਨੇ ਪੰਜਾਬੀਆਂ ਦੇ ਬੱਚੇ ਹੈਗੇ, IIMs ਦੇ ਵਿੱਚ ਪੰਜਾਬੀਆਂ ਦੇ ਕਿੰਨੇ ਬੱਚੇ ਆ। ਜੇ ਕੋਈ ਸਿਰੇ ਦੀ ਤਕੜੀ ਰਿਸਰਚ ਆ, ਪੰਜਾਬੀ ਕਿੰਨੇ ਕੁ ਉਹਦੇ 'ਤੇ ਰਿਸਰਚ ਕਰ ਰਹੇ ਆ। ਸੋ ਮੀਨ ਟੂ ਸੇ ਅਸੀਂ ਜਿਹੜਾ ਹੈਗਾ ਬੜੇ
ਖਪਤ ਸੱਭਿਆਚਾਰ ਜਿਹੜਾ ਹੈਗਾ ਨਾ, ਜਿਹਨੂੰ ਕੰਜ਼ਿਊਮਰਿਜ਼ਮ ਕਹਿ ਦਿੰਦੇ ਆ, ਪੰਜਾਬੀ ਉਸ ਚੀਜ਼ ਦਾ ਸ਼ਿਕਾਰ ਹੋ ਕੇ ਰਹਿ ਗਏ। ਔਰ ਰਹਿੰਦਾ ਖੁੰਦਾ ਜਿਹੜੇ ਸਾਡੇ ਗਾਇਕ ਭਰਾ ਨੇ ਉਹਨਾਂ ਨੇ ਵੀ ਜੱਟ ਦੀ ਬੱਲੇ ਬੱਲੇ, ਪੰਜਾਬੀਆਂ ਦੀ ਬੱਲੇ ਬੱਲੇ, ਦੈਟਸ ਆਲ, ਨਥਿੰਗ ਬਿਯੋਂਡ ਦੈਟ। ਸਾਡੇ ਕੋਲੇ ਉਦੋਂ ਪਿੱਛੇ ਕੁਝ ਨਹੀਂ ਬਚਿਆ। ਮੈਂ ਢੈਂਦੀ ਕਲਾ ਵਾਲੀ ਜਾਂ ਕੋਈ ਹੋਪਲੈਸਨੈਸ ਦੀ ਗੱਲ ਨਹੀਂ ਕਰ ਰਿਹਾ, ਇਹ ਕੌੜੀ ਰਿਐਲਿਟੀ ਆ। ਹਕੀਕਤ ਆ, ਜੇ ਨਾ ਸਾਂਭਾਂਗੇ ਚੀਜ਼ ਨੂੰ, ਨਾ ਵਿਚਾਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਛਤਾਵਾ ਹੀ ਰਹਿ ਜਾਣਾ। ਸਿਰਫ ਪਛਤਾਏ ਦੇ ਸਿਵਾ ਸਾਡੇ ਕੋਲ ਕੁਝ ਨਹੀਂ ਬਚਣਾ। ਬਿਲਕੁਲ ਇਸ ਮੁਹਾਜ਼ ਤੋਂ ਮੋੜਿਆ ਜਾ ਸਕਦਾ ਹੱਲੇ ਵੀ, ਅਗਰ ਅਸੀਂ ਜਿਹੜਾ ਹੈਗਾ ਬੱਚਿਆਂ ਨੂੰ ਕਹੀਏ। ਤੁਸੀਂ ਦੇਖੋ ਨਾ, ਹੁਣ ਹਰ ਬੰਦਾ ਪੋਲੀਟੀਸ਼ੀਅਨਸ ਨੂੰ ਗਾਲਾਂ ਕੱਢਦਾ। ਪੋਲੀਟੀਕਲ ਬੰਦੇ ਦੀ ਤੁਸੀਂ ਲਾਈਫ ਦੇਖੋ ਕਿੰਨੀ ਹੈਕਟਿਕ ਹੁੰਦੀ ਆ, ਕਿੰਨਾ ਉਹਦਾ ਬਿਜ਼ੀ ਸ਼ਡਿਊਲ, ਉਹਨੇ ਆਪਦੀ ਨਿੱਜੀ ਜ਼ਿੰਦਗੀ ਵੀ ਦੇਖਣੀ। ਅਗਰ ਇਲੈਕਟਡ ਬੰਦਾ ਤਾਂ ਉਹਨੇ ਆਪਦਾ ਵਿਧਾਨ ਸਭਾ ਪਾਰਲੀਮੈਂਟ ਦਾ ਸਿਸਟਮ ਵੀ ਦੇਖਣਾ, ਸੈਸ਼ਨ ਦੇਖਣੇ, ਆਪਦੀ ਕੰਸਟੀਚੁਐਂਸੀ ਦੇਖਣੀ, ਆਪਦਾ ਪਰਸਨਲ ਜਿਹੜਾ ਲੋਕਾਂ ਨਾਲ ਵਰਤਾ ਉਹ ਵੀ ਦੇਖਣਾ। ਮਗਰ ਤੁਸੀਂ ਪੁੱਛ ਕੇ ਦੇਖੋ ਕਿਸੇ ਨੂੰ, ਤੁਸੀਂ 100 ਬੰਦੇ ਨੂੰ ਪੁੱਛੋ ਤਾਂ ਉਹਦੇ ਵਿੱਚ 2 ਬੰਦੇ ਵੀ ਨਹੀਂ ਕਹਿਣਗੇ ਵੀ ਮੇਰਾ ਬੱਚਾ ਪੋਲੀਟੀਸ਼ੀਅਨ ਬਣੇ। ਔਰ ਸਾਰੀ ਜਿਹੜੀ ਟੇਕ ਆ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਬੜੇ ਕਾਬਲ ਔਰ ਦਾਨਿਸ਼ਮੰਦ ਸਿੱਖ ਹਿਸਟੋਰੀਅਨ ਨੇ, ਉਹ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਜਿਵੇਂ ਨਕਸਲਿਜ਼ਮ ਵਾਲੇ ਵਿਅਕਤੀ ਕਹਿੰਦੇ ਸੀ ਨਾ ਕਿ ਬੰਦੂਕ ਦੀ ਨਾਲੀ 'ਚੋਂ ਸੱਤਾ ਨਿਕਲਦੀ ਹੈ, ਉਵੇਂ ਜਿਹੜੀ ਕਲਮ ਆ, ਇਹ ਕਲਮ ਦੀ ਤਾਕਤ ਆ। ਇੱਕ ਉਹ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਹੀ ਕਹਿੰਦੇ ਹੁੰਦੇ ਵੀ ਇੱਕ ਕਲਮ ਆ, ਤੁਸੀਂ ਜਿਹੜੇ ਕਹਿੰਦੇ ਹੋ ਸਿੱਖਾਂ ਦੀ ਕਾਲੀ ਸੂਚੀ ਜਾਂ ਫਲਾਂ ਸਾਡੇ ਪੰਜਾਬੀਆਂ ਨਾਲ ਧੱਕਾ ਹੋ ਰਿਹਾ, ਜਾਂ ਸਾਡੇ ਪੰਜਾਬੀ ਬੋਲਦੇ ਇਲਾਕੇ ਜਾਂ 66 ਦੇ ਵਿੱਚ ਸੂਬਾ ਵੰਡਿਆ ਗਿਆ, ਉਹ ਤੁਸੀਂ ਕਲਮ ਦੀ ਤਾਕਤ ਤੁਹਾਡੇ ਕੋਲ ਆਵੇ, ਤੁਸੀਂ ਤੁਹਾਡੀ ਸਰਕਾਰ ਬਣੇ ਔਰ ਸਾਰੀਆਂ ਚੀਜ਼ਾਂ ਵਿਦਿਨ ਮਿੰਟਸ, 1 ਮਿੰਟ ਦੇ ਵਿੱਚ ਸਾਰੇ ਮਸਲੇ ਐਂ ਹੱਲ ਹੋ ਸਕਦੇ ਆ। ਪਰ ਅਗਰ ਨੌਜਵਾਨ ਰਾਜਨੀਤੀ ਵਿੱਚ ਆਉਣਗੇ, ਅਗਰ ਜਿਹੜਾ ਹੈਗਾ ਪੜ੍ਹਿਆ ਲਿਖਿਆ ਵਰਗ ਆ ਉਹ ਪਾਲਿਸੀ ਮੇਕਿੰਗ 'ਚ ਆਊਗਾ ਤਾਂ ਹੀ ਸੰਭਵ ਆ। ਕਿਉਂਕਿ ਅਗਰ ਤੁਸੀਂ ਪੰਜਾਬੀ ਹੋ ਤਾਂ ਤੁਹਾਨੂੰ ਪੰਜਾਬ ਦਾ ਦਰਦ ਹੈਗਾ। ਜਦੋਂ ਬਾਹਰਲੇ ਲੋਕ ਆ ਕੇ ਤੁਹਾਡੇ ਸੂਬੇ ਦੀਆਂ ਪਾਲਿਸੀਆਂ ਬਣਾਉਣਗੇ, ਉਹ ਉਨੀ ਤੀਬਰਤਾ ਦੇ ਨਾਲ, ਉਹਨਾਂ ਜਿਹੜਾ ਉਹਨਾਂ ਨੂੰ ਲਗਾ ਹੈਗਾ, ਉਹ ਮਤਲਬ ਉਹਦਾ ਤੁਸੀਂ ਤਸੱਵੁਰ ਵੀ ਨਹੀਂ ਕਰ ਸਕਦੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਕੀਮਤੀ ਸਮਾਂ ਦਿੱਤਾ ਸਾਨੂੰ। ਜਿਵੇਂ ਕਿ ਵਕੀਲ ਸਾਹਿਬ ਨੇ ਦੱਸਿਆ ਕਿ ਪੰਜਾਬ ਦੇ ਹਾਲਾਤ ਜਿਹੜੇ ਵਿਗੜਦੇ ਜਾ ਰਹੇ ਨੇ, ਅਸੀਂ ਚਿੰਤਕ ਨਹੀਂ ਹੈਗੇ, ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹਾਂ। ਇਸੇ ਤਰ੍ਹਾਂ ਪਹਿਲਾਂ ਗੱਲ ਕੀਤੀ ਸੀ, ਜਿਹੜਾ ਵਾਇਰਸ ਫੈਲਿਆ ਹੋਇਆ, ਸਰਕਾਰਾਂ ਜਿਹੜੀ ਆਪਦੀ ਜ਼ਿੰਮੇਵਾਰੀ ਬਣਦੀਆਂ ਸੀ ਉਹ ਕਿਹੜੇ ਤਰੀਕੇ ਨਾਲ ਨਿਭਾ ਰਹੀਆਂ ਨੇ ਜਾਂ ਕਿਹੜੇ ਕਿਹੜੇ ਤਰੀਕਿਆਂ ਤੋਂ ਉਹਨਾਂ ਨੂੰ ਸੁਧਾਰ ਕਰਨ ਦੀ ਲੋੜ ਹੈ। ਜੇਕਰ ਇਸੇ ਤਰ੍ਹਾਂ ਹੀ ਜਿਹੜੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ, ਨਸ਼ਿਆਂ 'ਤੇ ਨਿਭਾਈਆਂ ਹੁੰਦੀਆਂ, ਤਾਂ ਨਸ਼ਾ ਮੁਕਤ ਵੀ ਪੰਜਾਬ ਜਿਹੜਾ ਉਹ ਜ਼ਰੂਰ ਹੋ ਜਾਣਾ ਸੀਗਾ। ਅਤੇ ਇਸੇ ਕਰਕੇ ਸਾਨੂੰ ਸਾਰਿਆਂ ਨੂੰ ਆਪਦੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ। ਅਤੇ ਜਿਹੜੀ ਸਰਕਾਰ ਦੀਆਂ ਦੱਸੀਆਂ ਹੋਈਆਂ ਨੀਤੀਆਂ ਨੇ ਜੋ ਮੰਨਣਯੋਗ, ਉਹਨਾਂ ਨੂੰ ਮੰਨ ਕੇ ਤੇ ਜਿਹੜੇ ਇਹਦੇ ਫੈਸਲੇ ਅਪਣਾਉਣੇ ਚਾਹੀਦੇ ਨੇ, ਤਾਂ ਜੋ ਕਿ ਅਸੀਂ ਇਸ ਵਾਇਰਸ ਤੋਂ ਬਚੇ ਰਹੀਏ। ਜੇ ਅਸੀਂ ਜਿੰਦਾ ਰਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਰੱਕੀ ਵੀ ਕਰ ਸਕਦੇ ਹਾਂ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।